दो दिनों च दो धमाके हो गए। जलंधर च चोण है, अमृतसर च धमाके हो रहे हैं। देखो जे इंटैलीजेंस वाले नूं अजे ताईं ये नहीं पता लग्या, पुलिस नूं ये नहीं पता लग्या कि ਜਿਹੜਾ ਬੰਦਾ ਐਕਸਪਲੋਸਿਵ ਕਰਕੇ ਗਿਆ ਉਹ ਕਿੱਥੇ ਗਿਆ। ਪੰਜਾਬ ਦੇ ਵਿੱਚ ਜੇ ਅੰਮ੍ਰਿਤਸਰ ਦੇ ਵਿੱਚ ਬਲਾਸਟ ਹੋ ਜਾਣਾ ਤੇ ਉਸ ਤੋਂ ਸੇਫ ਜਗ੍ਹਾ ਤਾਂ ਹੈ ਹੀ ਕੋਈ ਨਹੀਂ। ਉਹ ਟੂਰਿਸਟ ਪਲੇਸ ਵੀ ਆ, ਗੁਰੂ ਦੀ ਨਗਰੀ ਵੀ ਆ। ਦੇਖੋ ਅੱਜ ਆਪਾਂ ਡਿਬੇਟ ਦੇ ਵਿੱਚ ਜਿਹੜਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਹੈ, ਇੱਕ ਥੋੜਾ ਜਿਹਾ ਤੁਸੀਂ ਡਿਬੇਟ ਦੇ ਵਿੱਚ ਜਨਤਕ ਕਰਦੇ ਆ ਕਰੋ ਜਾਂ ਉਹਨਾਂ ਦੀ ਖਾਲੀ ਕੁਰਸੀ ਲਾਇਆ ਕਰੋ। बहुत सारे रंजिश करके नहीं आते, बहुत सारे जवाब ना होने करके नहीं आते। आम आदमी पार्टी ਨੂੰ ਵੀ ਸੱਦਾ ਦਿੱਤਾ ਗਿਆ ਸੀ। ਤੁਹਾਡੇ ਪੁਰਾਣੇ ਜਿਹੜੇ ਭਾਈਵਾਲ ਹੈ ਜਿਨ੍ਹਾਂ 9 ਮਾਸ ਦਾ ਤੁਹਾਡਾ ਰਿਸ਼ਤਾ ਰਿਹਾ, ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਈਵਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੱਦਾ ਦਿੱਤਾ ਗਿਆ ਸੀ। ਉਹਨਾਂ ਤੋਂ ਵੀ ਬਹੁਤ ਸਾਰੇ ਸਵਾਲ ਲੈਣੇ ਸੀ। ਸੈਂਟਰਲ ਏਜੰਸੀਆਂ ਬਾਰ-ਬਾਰ ਇਹਨਾਂ ਨੂੰ ਸਟੇਟ ਨੂੰ ਅਲਰਟ ਕਰ ਰਹੀਆਂ ਨੇ, ਬਾਰ-ਬਾਰ ਇਹਨਾਂ ਨੂੰ ਅਲਰਟ ਮੈਸੇਜ ਭੇਜੇ ਜਾ ਰਹੇ ਆ, ਪਰ ਜੇ ਉਹਨੂੰ ਸਟੇਟ ਕੰਮ ਹੀ ਨਹੀਂ ਕਰ ਰਹੀ। ਜੇ ਲਕੇਸ਼ ਜੀ ਕਹਿੰਦੇ ਹਦਾਇਤ ਦਿੱਤੀ ਗਈ ਹੈ, ਇਹਨਾਂ ਨੂੰ ਦੱਸਿਆ ਗਿਆ ਤਾਂ ਕੀ ਇਹਨਾਂ ਦੇ ਉੱਪਰ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਹੋਮ ਡਿਪਾਰਟਮੈਂਟ ਵੱਲੋਂ? ਇਸ ਧਮਾਕੇ ਦੇ ਪਿੱਛੇ ਕੌਣ ਸੀ, ਉਹਦੇ ਕੀ ਮਕਸਦ, ਕੀ ਮਨਸੂਬੇ ਤੇ ਕੀ ਸੌੜੀ ਸੋਚ ਹੋ ਸਕਦੀ ਹੈ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਇਹ ਧਮਾਕਿਆਂ ਦਾ ਪਤਾ ਕਿਉਂ ਨਹੀਂ ਲੱਗ ਰਿਹਾ। ਮੂਸੇਵਾਲ ਦੀ ਮਾਤਾ ਜੀ ਨੂੰ ਸੁਪਨਾ ਆਇਆ ਕਿ ਮੂਸੇਵਾਲ ਉਹਨਾਂ ਨੂੰ ਪੁੱਛ ਰਿਹਾ ਕਿ ਮੇਰਾ ਕਤਲ ਕਿਵੇਂ ਹੋਇਆ ਸੀ। ਹੁਣ ਉਹ ਵੈਪਨ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆਉਂਦੇ ਆ? ਇਹ ਬੀਐਸਐਫ ਦੀ ਫੇਲੀਅਰ ਆ। ਜੇ ਸਰਹੱਦੋਂ ਪਾਰ ਇਦਾਂ ਦੀਆਂ ਚੀਜ਼ਾਂ ਆਉਂਦੀਆਂ, ਬੀਐਸਐਫ ਦਾ ਫੇਲੀਅਰ ਆ। ਇਹ ਮੈਂ ਸਮਝਦਾ ਚਲੋ ਪੰਜਾਬ ਦੀ ਇੰਟੈਲੀਜੈਂਸ ਤਾਂ ਫੇਲ ਹੁੰਦੀ ਆ, ਅਸੀਂ ਖਾਲਿਸਤਾਨੀਆਂ ਦਾ ਨਾਂ ਲੈ ਦਿੰਦੇ ਆ, ਕਿ ਕੇਂਦਰ ਦੀਆਂ ਏਜੰਸੀਆਂ ਵੀ ਫੇਲ ਹੋ ਜਾਂਦੀਆਂ। ਉਹ ਸਾਰੇ ਇਨਪੁਟਸ ਇਹਨਾਂ ਨੂੰ ਦੇ ਰਹੀ ਆ, ਪਰ ਲਾਅ ਐਂਡ ਆਰਡਰ ਮੇਨਟੇਨ ਕਰਨਾ ਸਟੇਟ ਸਬਜੈਕਟ ਆ। ਵਰਬਲੀ ਮੂਵਮੈਂਟ ਸ਼ੁਰੂ ਕਰਤੀ ਅਮਰਤਪਾਲ ਨੂੰ ਲੈ ਕੇ ਕਿ ਜੀ ਖਾਲਿਸਤਾਨੀ ਮੂਵਮੈਂਟ ਚੱਲ ਰਹੀ ਹੈ ਪੰਜਾਬ ਦੇ ਵਿੱਚ। ਹਾਲਾਂਕਿ ਉਹ ਕੋਈ ਇਦਾਂ ਦੀ ਗੱਲ ਨਹੀਂ ਸੀ। ਜੇ ਬੰਦਾ ਕੋਈ ਧਰਮ ਪ੍ਰਚਾਰ ਕਰਾ ਰਿਹਾ ਕਿਸੇ ਨੂੰ, ਜਾਂ ਬੰਦਾ ਕਿਸੇ ਨੂੰ ਸਿੱਖੀ ਦੇ ਰਾਹ ਤੇ ਲਾ ਰਿਹਾ, ਤੁਸੀਂ ਉਹਨੂੰ ਗਲਤ ਪਾਸੇ ਕਰ ਰਹੇ ਹੋ। ਜੇ ਗੱਲ ਕਰ ਰਿਹਾ ਕਿ ਦੇਸੀ ਜਗਾੜ ਦੇ ਨਾਲ ਬੰਬ ਬਣਾਇਆ ਗਿਆ, ਉਹ ਵੀ ਕਿਤੇ ਨਾ ਕਿਤੇ ਬਣਾਇਆ ਗਿਆ ਹੋਊਗਾ, ਫਿਰ ਉੱਥੇ ਇੰਟੈਲੀਜੈਂਸ ਤੇ ਸਵਾਲ ਆਉਂਦਾ। ਔਰ ਇਹ ਸਰਕਾਰ ਸਿਰਫ ਔਰ ਸਿਰਫ ਆਪਣੇ ਝੂਠੇ ਪਪੂਲੈਰਿਟੀ ਦੇ ਵਿੱਚ ਲੱਗੀ ਹੋਈ ਆ, ਹੋਰ ਕੁਝ ਨਹੀਂ ਕਰ ਰਹੀ। ਬੇਅੰਤ ਸਿੰਘ ਹੋਰਾਂ ਨੇ ਆਪਦੀ ਸ਼ਹਾਦਤ ਦੇ ਕੇ ਇਸ ਪੰਜਾਬ ਨੂੰ ਬਚਾਇਆ ਤੇ ਮੁੜ ਕੇ ਉਹੀ ਰੰਗਲਾ ਪੰਜਾਬ ਬਣਾਇਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। 2 ਦਿਨਾਂ 'ਚ 2 ਧਮਾਕੇ ਹੋ ਗਏ। ਜਲੰਧਰ 'ਚ ਚੋਣ ਹੈ, ਅੰਮ੍ਰਿਤਸਰ 'ਚ ਧਮਾਕੇ ਹੋ ਰਹੇ ਹੈ। ਸਰਹੱਦੀ ਸੂਬਾ ਹੈ। ਇਸ ਤੋਂ ਪਹਿਲਾਂ RPG ਅਟੈਕ ਵੀ ਹੋ ਚੁੱਕਿਆ ਹੈ, ਇੰਟੈਲੀਜੈਂਸ ਦੇ ਉੱਤੇ ਹਮਲਾ ਹੋ ਚੁੱਕਿਆ ਹੈ, ਸਿੱਧੂ ਮੂਸੇਵਾਲੇ ਦਾ ਕਤਲ ਹੋ ਚੁੱਕਿਆ ਹੈ, ਹੋਰ ਬਹੁਤ ਚੀਜ਼ਾਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਵਾਪਰੀਆਂ ਨੇ। ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ। ਸਵਾਲ ਇਹ ਹੋ ਰਹੇ ਆ ਕਿ ਇਸ ਧਮਾਕੇ ਦੇ ਪਿੱਛੇ ਕੌਣ ਸੀ, ਉਹਦੇ ਕੀ ਮਕਸਦ, ਕੀ ਮਨਸੂਬੇ ਤੇ ਕੀ ਸੌੜੀ ਸੋਚ ਹੋ ਸਕਦੀ ਹੈ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਇਹ ਧਮਾਕਿਆਂ ਦਾ ਪਤਾ ਕਿਉਂ ਨਹੀਂ ਲੱਗ ਰਿਹਾ। ਆਖਿਰ ਇੰਟੈਲੀਜੈਂਸ ਕਿੱਥੇ ਹੈ? ਚੀਜ਼ ਹੋ ਜਾਣ ਤੋਂ ਬਾਅਦ ਹੀ ਕਿਉਂ ਰਿਪੋਰਟ ਹੋ ਰਹੀ ਹੈ? ਪਹਿਲਾਂ ਹੋ ਰਹੀਆਂ ਪੰਜਾਬ ਖਿਲਾਫ ਸਾਜ਼ਿਸ਼ਾਂ ਦਾ ਪਰਦਾ ਫਾਸ਼ ਕਿਉਂ ਨਹੀਂ ਹੋ ਰਿਹਾ? ਚਿਹਰੇ ਬੇਨਕਾਬ ਕਿਉਂ ਨਹੀਂ ਹੋ ਰਹੇ? ਕਿਉਂਕਿ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਦਿੱਲੀ ਦੇ ਵੱਲੋਂ ਕਿਹਾ ਗਿਆ ਸੀ ਕਿ ਲਗਾਤਾਰ ਰਿਪੋਰਟ ਕੀਤੀ ਗਈ, ਹਮਲੇ ਦਾ ਇਸ਼ਾਰਾ ਵੀ ਕੀਤਾ ਗਿਆ, ਪਰ ਨਹੀਂ ਕੁਝ ਹੋਇਆ। ਦਰਅਸਲ ਸਵਾਲ ਇਹ ਹੈ ਕਿ ਜਦੋਂ ਹਮਲੇ ਹੋ ਰਹੇ ਹੋਣ ਤੇ ਉਹਨਾਂ ਦੀ ਕੋਈ ਕੰਨੀ ਭਿਣਕ ਵੀ ਨਾ ਪੈ ਰਹੀ ਹੋਵੇ, ਫਿਰ ਚੀਜ਼ਾਂ ਵੱਡੀਆਂ ਹੁੰਦੀਆਂ ਨੇ। ਅੱਜ ਇਸ ਮਸਲੇ ਦੇ ਉੱਤੇ ਡਿਬੇਟ ਕਰਾਂਗੇ, ਪਰ ਉਸ ਤੋਂ ਪਹਿਲਾਂ ਮੌਕੇ ਦੇ ਚਸ਼ਮਦੀਦ ਕੀ ਕਹਿ ਰਹੇ ਹੋ ਸੁਣਦੇ ਹਾਂ ਜੀ। ਦਰਬਾਰ ਸਾਹਿਬ ਲਾਗੇ ਤੇ ਹੈਰੀਟੇਜ ਵਾਕ ਦੇ ਨਾ ਉੱਪਰੋਂ ਦੀ ਕਿ ਕਿਸੇ ਨੇ ਨਾ ਵਿਅਕਤੀ ਅਣਜਾਣ ਵਿਅਕਤੀ ਨੇ ਉੱਪਰੋਂ ਕੋਈ ਚੀਜ਼ ਸੁੱਟੀ ਆ ਜਿੰਨਾ ਐਕਸਪਲੋਸਿਵ ਹੋਇਆ ਵਾ। ਤੇ ਐਕਸਪਲੋਸਿਵ ਕੋਈ ਜ਼ਿਆਦਾ ਵੱਡਾ ਨਹੀਂ ਹੋਇਆ ਤੇ 2 ਆਦਮੀ ਥੱਲੇ ਸੀ ਤੇ ਇੱਕ ਤੇ ਬਚਾਅ ਹੋ ਗਿਆ, ਇੱਕ ਤੇ ਪੈਰ ਤੇ ਸੱਟ ਲੱਗੀ ਆ ਤੇ ਉਹਨੂੰ ਹਸਪੀਟਲ ਭੇਜ ਦਿੱਤਾ ਗਿਆ ਪੱਟੀ ਕਰਾਉਣ ਲਈ। ਤੇ ਗੱਡੀ ਵੀ ਸੀ ਮੌਕੇ ਤੇ? ਗੱਡੀ ਇੱਕ ਦਿੱਲੀ ਨੰਬਰ ਗੱਡੀ ਲੱਗੀ ਹੋਈ ਹੈ ਤੇ ਪਾਰਕਿੰਗ ਕੀਤੀ ਹੋਈ ਸੀ ਤੇ ਉਹਦੇ ਸ਼ੀਸ਼ੇ ਟੁੱਟੇ ਸਾਈਡ ਤੇ। ਕਿੰਨਾ ਕੁ ਵੱਡਾ ਬਲਾਸਟ ਸੀਗਾ? ਆਵਾਜ਼ ਕਿੰਨੀ ਕੁ ਜ਼ਿਆਦਾ ਦੂਰ ਤੱਕ ਗਈ? ਬਲਾਸਟ ਹੁਣ ਭਾਜੀ ਹੋਇਆ ਤੇ ਥੋੜਾ ਆਵਾਜ਼ ਤੇ ਤੇਜ਼ ਹੀ, ਪਰ ਜ਼ਿਆਦਾ ਨੁਕਸਾਨ ਨਹੀਂ ਹੋਇਆ ਉਹਨਾਂ ਆਪਾਂ ਕਹਿ ਸਕਦੇ ਹਾਂ। 2 ਜਾਣੇ ਸੀ ਤੇ ਨਾਲੇ ਗੱਡੀ ਦਾ ਨੁਕਸਾਨ ਹੋਇਆ। ਕਹਿ ਸਕਦੇ ਕਰੀਬ ਹਵਾਲਦਾਰ ਤੱਕ ਆਵਾਜ਼ ਗਈ ਆ। ਹਾਂ ਇੰਨਾ ਕਹਿ ਸਕਦੇ। ਕੀ ਲੱਗਦਾ ਹੈ ਪਰਸੋਂ ਵੀ ਬਲਾਸਟ ਹੋਇਆ ਰਾਤੀ, ਅੱਜ ਫਿਰ ਸਵੇਰੇ ਤੜਕੇ ਵੀ ਹੋ ਗਿਆ, ਕੀ ਦੇਖਦੇ ਲੋਕ? ਦੇਖੋ ਅੱਜ ਜੋ ਬਲਾਸਟ ਹੋਇਆ ਵਾ ਹੈ ਤੇ ਮਾੜੀ ਗੱਲ ਹੈ ਵੀਰ ਜੀ, ਕਿਉਂਕਿ ਆਪਣਾ ਅੰਮ੍ਰਿਤਸਰ ਜਿਹੜਾ ਟੂਰਿਸਟ ਦੇ ਸਿਰ 'ਤੇ ਆ ਸਾਰਾ। ਟੂਰਿਸਟ
ਥੋੜਾ ਡਹਿਲ ਜਾਂਦਾ ਚੀਜ਼ ਦੇਖ ਕੇ ਕਿ ਅੰਮ੍ਰਿਤਸਰ ਵਿੱਚ ਆ ਹਾਲਾਤ ਹੈਗੇ ਨੇ। ਬਾਕੀ ਪੁਲਿਸ ਕਰਮੀਆਂ ਨੂੰ ਚਾਹੀਦਾ ਵਾ ਕਿ ਇਹਦੀ ਆਪਣੇ ਆ ਹੈਰੀਟੇਜ ਸਟਰੀਟ ਤੇ ਵੱਧ ਤੋਂ ਵੱਧ ਪੁਲਿਸ ਲਾਈ ਜਾਵੇ ਤੇ ਨਿਗਰਾਨੀ ਰੱਖੀ ਜਾਵੇ ਹਰ ਇੱਕ ਬੰਦੇ ਤੇ। ਹੋ ਸਕਦਾ ਹੈ ਚਸ਼ਮਦੀਦ ਕੋਈ ਵਪਾਰੀ ਕਾਰੋਬਾਰੀ ਹੋਵੇ, ਕਿਉਂਕਿ ਇਸ ਨੇ ਟੂਰਿਜ਼ਮ ਦੇ ਐਂਗਲ ਤੋਂ ਗੱਲ ਸੋਚ ਕੇ ਆਪਣਾ ਪੱਖ ਰੱਖਦੇ ਹੋਏ ਕਿਹਾ ਹੈ ਕਿ ਟੂਰਿਜ਼ਮ ਡਿਸਟ੍ਰਿਕਟ ਹੈ ਔਰ ਇੱਥੇ ਬਹੁਤ ਦੂਰ ਦਰਾਡੇ ਤੋਂ ਲੋਕ ਆਉਂਦੇ ਆ, ਜ਼ਰੂਰ ਇੱਥੇ ਟੂਰਿਜ਼ਮ ਦੇ ਉੱਤੇ ਅਸਰ ਪੈ ਸਕਦਾ। ਪਰ ਗੱਲ ਇਹ ਹੈ ਕਿ ਉਸ ਤੋਂ ਵੱਡਾ ਧਾਰਮਿਕ ਸਥਾਨ ਵੀ ਹੈ, ਸਿੱਖਾਂ ਦਾ ਬਿਲਕੁਲ ਸੈਂਟਰਲ ਜਿਹੜਾ ਸਭ ਤੋਂ ਵੱਡਾ ਸਥਾਨ ਹੈ ਔਰ ਉੱਥੇ ਅਜਿਹੇ ਧਮਾਕੇ ਹੋਣੇ। ਦੂਜੀ ਗੱਲ ਪੰਜਾਬ ਹੈ ਜਿਸ ਦੇ ਅਮਨ ਸ਼ਾਂਤੀ ਦੇ ਕਾਨੂੰਨ ਵਿਵਸਥਾ ਦੇ ਜਿੱਥੇ ਚਰਚੇ ਕੀਤੇ ਜਾਂਦੇ ਹੋਣ, ਗੱਲਾਂ ਵਿਚਾਰੀਆਂ ਜਾਂਦੀਆਂ ਹੋਣ, ਉੱਥੇ ਅਜਿਹੇ ਧਮਾਕੇ ਹੋਣ ਔਰ ਇਹ ਧਮਾਕੇ ਜਿਹੜੇ ਆ ਹਾਲੇ ਤਾਂ ਸਿਰਫ ਇਹਨਾਂ ਨੇ ਆਵਾਜ਼ ਵੱਧ ਕੀਤੀ ਹੈ, ਜਿਹਨੂੰ ਵਾਰ-ਵਾਰ ਅਫੀਸ਼ੀਅਲਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਇਸ ਦੀ ਆਵਾਜ਼ ਜ਼ਿਆਦਾ ਸੀ, ਨੁਕਸਾਨ ਘੱਟ ਹੋਇਆ। ਕੀ ਅਸੀਂ ਉਹ ਨੁਕਸਾਨ ਹੋਣ ਤੋਂ ਪਹਿਲਾਂ ਚੌਕਸ ਹੋਵਾਂਗੇ? ਇਹ ਸਵਾਲ ਵੱਡਾ ਹੈ। ਪਰ ਪੁਲਿਸ ਅਫੀਸ਼ੀਅਲਸ ਕੀ ਕਹਿ ਰਹੇ, ਡੀਜੀਪੀ ਹੋਰਾਂ ਨੇ ਕੀ ਕਿਹਾ, ਤੇ ਉਸ ਤੋਂ ਬਾਅਦ ਇਹ ਵੀ ਸੁਣਾਂਗੇ ਕਿ ਉੱਥੋਂ ਦੇ ਸੀਪੀ ਕੀ ਕਹਿ ਰਹੇ ਆ। ਜਿਹੜੇ ਲੋ ਇੰਟੈਂਸਿਟੀ ਐਕਸਪਲੋਜਨਸ ਹੋਏ ਹੈਗੇ, ਇੱਕ ਸੈਟਰਡੇ ਰਾਤੀ 11:30 ਦੇ ਕਰੀਬ, ਇੱਕ ਅੱਜ ਸੋਮਵਾਰ ਸਵੇਰੇ 6:15 ਵਜੇ। ਤੇ ਇਸ ਦੇ ਵਿੱਚ ਜਿਹੜੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਲੋ ਇੰਟੈਂਸਿਟੀ ਐਕਸਪਲੋਜਨ ਸੀਗੇ। ਐਬਸੈਂਸ ਆਫ ਟ੍ਰਿਗਰਿੰਗ ਮੈਕੈਨਿਜ਼ਮ ਮੀਨਸ ਦੈਟ ਇਟ ਇਜ਼ ਅ ਕਰੂਡ ਕਾਈਂਡ ਆਫ ਅ ਡਿਵਾਈਸ। ਅਸੀਂ ਇਸ ਨੂੰ ਪੂਰੇ ਡੀਪਲੀ ਇਨਵੈਸਟੀਗੇਟ ਕਰਾਂਗੇ, ਅਸੀਂ ਕੋਈ ਐਂਗਲਸ ਰੂਲ ਆਊਟ ਨਹੀਂ ਕਰ ਰਹੇ ਹੈਗੇ। ਪ੍ਰੀਲਿਮਿਨਰੀ ਦੋ ਤਿੰਨ ਗੱਲਾਂ ਮੈਂ ਕਹਿਣਾ ਚਾਹਾਂਗਾ ਕਿ ਇਹ ਕਿਸੇ ਦੀ ਮਿਸਚਿਫ ਹੈਗੀ। ਇਟ ਇਜ਼ ਟੂ अर्ਲੀ ਟੂ ਸੇ ਕਿ ਇਟ ਇਜ਼ ਮਿਸਚਿਫ ਜਾਂ ਇਟ ਇਜ਼ ਟੈਰਰ ਐਂਗਲ ਜਾਂ ਕਿਸੇ ਦਾ ਪਰਸਨਲ ਐਂਗਲ ਹੈ। ਸੋ ਅਸੀਂ ਕੋਈ ਵੀ ਐਂਗਲ ਰੂਲ ਆਊਟ ਨਹੀਂ ਕਰਾਂਗੇ, ਅਸੀਂ ਸਾਰੇ ਐਂਗਲਸ ਤੋਂ ਡੀਪਲੀ ਇਨਵੈਸਟੀਗੇਟ ਕਰਾਂਗੇ। ਐਕਸਪਲੋਸਿਵਸ ਆਰ ਵੈਰੀ ਕਰੂਡਲੀ ਮੇਡ। ਸਾਡੇ ਕੋਲ 5 ਮਈ ਸੈਟਰਡੇ ਤੋਂ ਲੈ ਕੇ ਅੱਜ ਸਵੇਰ ਤੱਕ ਇੱਥੇ ਜਿਹੜੀ ਹੈਰੀਟੇਜ ਸਟਰੀਟ ਹੈ ਇੱਥੇ 2 ਲੋ ਇੰਟੈਂਸਿਟੀ ਬਲਾਸਟ ਹੋਏ ਹੈ। ਪ੍ਰਾਈਮਾ ਫੇਸੀ ਇਹ ਜਾਪਦਾ ਹੈਗਾ ਕਿ ਕਿਸੇ ਦੇਸੀ ਮਟੀਰੀਅਲ ਨੂੰ ਤਿਆਰ ਕਰਕੇ ਇੱਕ ਬੰਬ ਬਣਾਇਆ ਗਿਆ ਹੈਗਾ, ਛੋਟਾ ਬੰਬ ਬਣਾਇਆ ਗਿਆ। ਦੋਨੋਂ ਜਿਹੜੇ ਹੈਗੇ ਜਿਹੜੀ ਪ੍ਰੀਲਿਮਿਨਰੀ ਐਫਐਸਐਲ ਰਿਪੋਰਟਸ ਹੈ ਉਸ ਤੋਂ ਇਹ ਜਾਪਦਾ ਉਹ ਦੱਸਿਆ ਗਿਆ ਹੈਗਾ ਕਿ ਇਹ ਲੋ ਇੰਟੈਂਸਿਟੀ ਐਕਸਪਲੋਸਿਵ ਦਾ ਕੰਮ ਹੈਗਾ। ਇਸ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਔਨ ਹੈ। ਸਾਡੇ ਵੱਲੋਂ ਥਾਣੇ ਵਿੱਚ ਕੇਸ ਰਜਿਸਟਰ ਕਰ ਲਿਆ ਗਿਆ ਕੋਤਵਾਲੀ 'ਚ ਤੇ ਹੁਣ ਇਸ ਤੇ ਇਨਵੈਸਟੀਗੇਸ਼ਨ ਔਨ ਹੈ। ਦੇਖੋ ਜੀ, ਇਹੋ ਜਿਹੇ ਇਹ ਬੜਾ ਸੈਂਸਿਟਿਵ ਮਸਲਾ ਹੈਗਾ, ਇਹਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਸਾਡੇ ਧਿਆਨ ਵਿੱਚ ਹੈਗੀਆਂ। ਜਦ ਤੱਕ ਇਸ ਚੀਜ਼ ਦਾ ਫਾਈਨਲ ਕੋਈ ਕਨਕਲੂਜਨ ਸਾਹਮਣੇ ਨਹੀਂ ਆ ਜਾਂਦਾ ਜਾਂ ਸਾਡੇ ਕੋਲ ਕੋਈ ਸਪਸ਼ਟ ਨਤੀਜਾ ਨਹੀਂ ਆ ਸਕਦਾ, ਮੈਂ ਕੁਝ ਵੀ ਨਹੀਂ ਕਹਿ ਸਕਾਂਗਾ। ਬਟ ਯੈਸ, ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਹੈ ਕਿ ਇਸ ਮੁਤਲਕਾ ਜੋ ਵੀ ਪਹਿਲੂ ਹੋ ਸਕਦੇ ਆ, ਸੰਭਾਵਿਤ ਪਹਿਲੂ, ਉਹਨਾਂ ਸਾਰਿਆਂ ਤੇ ਸਾਡੇ ਵੱਲੋਂ ਤਹਿਕੀਕਾਤ ਕੀਤੀ ਜਾਏ ਕਿ ਤੁਹਾਡੀ ਪੰਜਾਬ ਪੁਲਿਸ ਤੁਹਾਡੀ ਚੌਕਸੀ ਵਾਸਤੇ, ਤੁਹਾਡੀ ਸੁਰੱਖਿਆ ਵਾਸਤੇ ਪੂਰੀ ਤਰ੍ਹਾਂ ਮੁਸਤੈਦ ਹੈ। ਇਹ ਕਿਸੇ ਮਾੜੇ ਬੰਦੇ ਨੇ ਇਸ ਪਾਵਨ ਇਲਾਕੇ ਦਾ ਇਹਦਾ ਫਾਇਦਾ ਚੱਕ ਕੇ ਇੱਥੇ ਇਸ ਤਰੀਕੇ ਦੀ ਜਿਹੜੀ ਘਟਨਾ ਕੀਤੀ ਹੈ, ਇਹ ਬਹੁਤ ਮਾੜੀ ਗੱਲ ਹੈ ਤੇ ਅਸੀਂ ਜਲਦੀ ਤਫਤੀਸ਼ ਨੂੰ ਮੁਕੰਮਲ ਕਰਕੇ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਾਂਗੇ ਤੇ ਇਹੋ ਜਿਹੀ ਅਸੀਂ ਘਟਨਾ ਅੱਗੇ ਹੋਣ ਤੋਂ ਰੋਕ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆਪਣੇ ਮਹਿਮਾਨਾਂ ਦੇ ਜ਼ਰੀਏ ਉਹਨਾਂ ਦੇ ਮੁਖਾਰਬਿਨ ਚੋਂ ਨਿਕਲਦੇ ਜਵਾਬਾਂ ਦੇ ਨਾਲ ਲੈ ਕੇ ਜਾਵਾਂਗੇ। ਮੈਂ ਰਸਮੀ ਤਾਰੁਫ ਕਰਵਾਉਂਗਾ, ਇਸਤਕਬਾਲ ਕਰਾਂਗੇ ਇਸ ਚਰਚਾ ਦੇ ਵਿੱਚ ਜਿਹੜੇ ਮਹਿਮਾਨ ਜੁੜੇ ਆ ਸਾਡੇ ਨਾਲ। ਕਾਂਗਰਸ ਤੋਂ ਰਾਣਾ ਚਹਿਲ ਜੀ ਹੈ, ਲੋਕੇਸ਼ ਨਾਰੰਗ ਸਾਹਿਬ ਬੀਜੇਪੀ ਤੋਂ ਨੇ। ਤੁਹਾਡੇ ਦੋਵਾਂ ਦਾ ਇਸ ਚਰਚਾ ਦੇ ਵਿੱਚ ਸਵਾਗਤ ਹੈ। ਇਸ ਤੋਂ ਪਹਿਲਾਂ ਕਿ ਕੋਈ ਅਸੀਂ ਹੋਰ ਆਫੀਸ਼ੀਅਲਸ ਦੀ ਗੱਲਾਂ ਬਾਤਾਂ ਸੁਣੀਏ, ਪਰ ਇੱਥੇ ਵਿਚਾਰਨਾ ਚਰਚਾ ਕਰਨਾ ਬਹੁਤ ਜ਼ਰੂਰੀ ਹੈ। ਸਵਾਲ ਤੁਹਾਡੇ ਤੋਂ ਚਹਿਲ ਸਾਹਿਬ, ਗੱਲ ਇਹ ਆ ਕਿ ਅਜਿਹੇ ਹਮਲੇ ਗੁਆਂਢੀ ਮੁਲਕ ਤੇ ਹੋਰ ਰਾਜਾਂ ਤੋਂ ਸੁਣਦੇ ਸੀ ਕਿ ਫਲਾਨੀ ਜਗ੍ਹਾ ਫਲਾਨੇ ਉਹਦੇ ਵਿੱਚ ਇਸ ਤਰੀਕੇ ਦਾ ਅਟੈਕ ਹੋਇਆ, ਇਸ ਤਰੀਕੇ ਦਾ ਬੰਬ ਧਮਾਕਾ ਹੋਇਆ। ਧਮਾਕੇ ਦੀਆਂ ਖਬਰਾਂ ਬਹੁਤੀਆਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੇ ਨਹੀਂ ਸੁਣਨ ਨੂੰ ਮਿਲੀਆਂ, ਪਰ ਜਿਸ ਤਰੀਕੇ ਦੀਆਂ ਇਹ ਚੀਜ਼ਾਂ ਆ ਰਹੀਆਂ ਨੇ, ਚਾਹੇ ਉਹ RPG ਅਟੈਕ ਦੀ ਗੱਲ ਹੋਵੇ, ਬਾਹਰੋਂ ਆ ਕੇ ਕਤਲ ਕਰਕੇ ਲੋਕ ਵੱਡੇ ਸਟਾਰਾਂ ਦੇ ਚਲੇ ਜਾਂਦੇ ਹੋਣ, ਤੇ ਹੁਣ ਹੈਰੀਟੇਜ ਸਟਰੀਟ ਹੋਵੇ, ਦਰਬਾਰ ਸਾਹਿਬ ਹੋਵੇ, ਸਿੱਖਾਂ ਦਾ ਸਭ ਤੋਂ ਵੱਡਾ ਅਸਥਾਨ ਹੋਵੇ, ਤੇ ਉੱਥੇ ਇਹੋ ਜਿਹਾ ਵਾਪਰਨਾ ਕੀ ਸੰਕੇਤ ਨੇ? ਦੇਖੋ ਧਾਲੀਵਾਲ ਸਾਹਿਬ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਜਿਸ ਦਿਨ ਦੀ ਇਹ ਸਰਕਾਰ ਬਣੀ ਹੈ, ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਵੀ ਇਨਮੈਚੁਰ ਸਰਕਾਰ ਆ। ਇਹਨਾਂ ਨੂੰ ਪਤਾ ਹੀ ਨਹੀਂ ਵੀ ਸਰਕਾਰ ਕੀ ਚੀਜ਼ ਹੁੰਦੀ ਹੈ ਤੇ ਇਹਨੂੰ ਚਲਾਇਆ ਕਿਵੇਂ ਜਾਂਦਾ। ਇਨਐਕਸਪੀਰੀਅੰਸ ਚੀਫ ਮਿਨਿਸਟਰ, ਹੋਮ ਡਿਪਾਰਟਮੈਂਟ ਉਹਦੇ ਕੋਲੇ ਹੈਗਾ। ਦੇਖੋ, ਜਦੋਂ ਦੀ ਸਰਕਾਰ ਬਣੀ ਆ, ਪੰਜਾਬ ਟੋਟਲੀ ਜਿਹੜਾ ਲਾਅ ਐਂਡ ਆਰਡਰ ਇੱਥੇ ਸਭ ਤੋਂ ਪਹਿਲਾਂ
ਮੂਸੇਵਾਲ ਦਾ ਕਤਲ ਹੋਇਆ, ਨੰਗਲ ਅੰਬੀਆਂ ਦਾ ਹੋਇਆ, ਟਿਮੀ ਚਾਵਲਾ ਦਾ ਹੋਇਆ, ਉਸ ਤੋਂ ਬਾਅਦ ਆਰਪੀਜੀ ਦਾ ਅਟੈਕ, ਸਭ ਤੋਂ ਵੱਡਾ ਕੁਐਸਚਨ ਮਾਰਕ ਲੱਗਦਾ ਸਰਕਾਰ ਤੇ ਕਾਨੂੰਨ ਵਿਵਸਥਾ ਤੇ ਕਿ ਉਹ ਦਫ਼ਤਰ ਇੰਟੈਲੀਜੈਂਸ ਦਾ ਜਿਹਨੇ ਸਾਰੇ ਪੰਜਾਬ ਦੀ ਖੁਫੀਆ ਤੰਤਰ ਦਾ ਪਤਾ ਕਰਦਾ ਉਹ ਦੇਣਾ, ਤੇ ਬਾਅਦ ਦੇ ਚੋਂ ਮੁਲਜ਼ਮ ਫੜੇ ਨਾ ਜਾਣੇ, ਜੇ ਫੜੇ ਵੀ ਜਾਣੇ ਤਾਂ ਉਹਨਾਂ ਦੀ ਖਾਨਾ ਪੂਰਤੀ ਕਰਨੀ। ਸੋ ਕਿਤੇ ਨਾ ਕਿਤੇ ਸਰਕਾਰ ਦੇ ਨਾਲ ਇਹ ਮੈਂ ਸਮਝਦਾ ਪੰਜਾਬ ਪੁਲਿਸ ਦਾ ਇਹ ਬਹੁਤ ਵੱਡਾ ਫੇਲੀਅਰ ਆ। ਅੱਗੇ ਕਈ ਵਾਰੀ ਅਸੀਂ ਗੱਲਾਂ ਕਰਦੇ ਹੁੰਦੇ ਆ, ਮੈਂ ਇੰਟੈਲੀਜੈਂਸ ਦੇ ਇੱਕ ਉਹਨਾਂ ਨੂੰ ਮੈਂ ਪੁੱਛਣ ਲੱਗ ਗਿਆ, ਮੈਂ ਕਿਹਾ ਜੀ ਜਿਹੜਾ ਇੰਟੈਲੀਜੈਂਸ ਦੇ ਉੱਤੇ ਜਦੋਂ ਕੋਈ ਐਦਾਂ ਦਾ ਤੁਹਾਡਾ ਕੰਮ ਕਰਨ ਦਾ ਕੀ ਹਿਸਾਬ ਕਿਤਾਬ ਹੁੰਦਾ? ਉਹ ਕਹਿੰਦੇ ਜੀ ਸਾਡੀ ਜਿਹੜੀ ਇੰਟੈਲੀਜੈਂਸ ਹੁੰਦੀ ਆ ਉਹ 2-3 ਤਰ੍ਹਾਂ ਦੇ ਨਾਲ ਜੁੜੇ ਹੁੰਦੇ ਆ। ਜ਼ਿਲ੍ਹੇ ਦੀ ਪੁਲਿਸ ਨਾਲ ਜੁੜੀ ਹੁੰਦੀ ਆ ਹਰੇਕ ਦੇ ਨਾਲ, ਉਸ ਤੋਂ ਬਾਅਦ ਥਾਣੇ ਦੇ ਨਾਲ ਜੁੜੀ ਹੁੰਦੀ ਆ। ਦੇਖੋ ਜੇ ਇੰਟੈਲੀਜੈਂਸ ਵਾਲਿਆਂ ਨੂੰ ਅਜੇ ਤਾਈਂ ਇਹ ਨਹੀਂ ਪਤਾ ਲੱਗਿਆ, ਪੁਲਿਸ ਨੂੰ ਇਹ ਨਹੀਂ ਪਤਾ ਲੱਗਿਆ ਕਿ ਜਿਹੜਾ ਬੰਦਾ ਐਕਸਪਲੋਸਿਵ ਕਰਕੇ ਗਿਆ ਉਹ ਕਿੱਥੇ ਗਿਆ, ਅਜੇ ਉਸ ਚੀਜ਼ ਨੂੰ ਕਿਤੇ ਨਾ ਕਿਤੇ ਡੀਜੀਪੀ ਸਾਹਿਬ ਵੀ ਢਕਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜੀ ਅਸੀਂ ਇਹਦੇ ਵਿੱਚ ਅਜੇ ਭਾਲ ਰਹੇ ਆ, ਐਂਗਲ ਫਾਈਂਡ ਆਊਟ ਕਰ ਰਹੇ ਆ। ਐਂਗਲ ਸਿੱਧਾ ਸਾਦਾ ਪੰਜਾਬ ਦਾ ਮਾਹੌਲ ਆ। ਜੇ ਗੱਲ ਕਰ ਰਹੇ ਆ ਕਿ ਦੇਸੀ ਜਗਾੜ ਦੇ ਨਾਲ ਬੰਬ ਬਣਾਇਆ ਗਿਆ, ਉਹ ਵੀ ਕਿਤੇ ਨਾ ਕਿਤੇ ਬਣਾਇਆ ਗਿਆ ਹੋਊਗਾ, ਫਿਰ ਉੱਥੇ ਇੰਟੈਲੀਜੈਂਸ ਤੇ ਸਵਾਲ ਆਉਂਦਾ। ਸੋ ਸਵਾਲ ਕਿਤੇ ਨਾ ਕਿਤੇ ਪੰਜਾਬ ਦੇ ਪੁਲਿਸ ਡਿਪਾਰਟਮੈਂਟ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਖੜੇ ਹੁੰਦੇ ਆ। ਠੀਕ ਹੈ, ਜਿਹੜੀ ਕੇਂਦਰ ਦੀ ਸਰਕਾਰ ਆ ਉਹਦੀਆਂ ਤਾਂ ਹਮੇਸ਼ਾ ਸ਼ਰਾਰਤਾਂ ਰਹੀਆਂ ਏਦਾਂ ਦਾ ਕੰਮ ਕਰਨ ਦੀਆਂ। ਇਹ ਮੈਂ ਸਮਝਦਾ ਚਲੋ ਪੰਜਾਬ ਦੀ ਇੰਟੈਲੀਜੈਂਸ ਤਾਂ ਫੇਲ ਹੁੰਦੀ ਆ, ਅਸੀਂ ਖਾਲਿਸਤਾਨੀਆਂ ਦਾ ਨਾਂ ਲੈ ਦਿੰਦੇ ਆ ਕਿ ਕੇਂਦਰ ਦੀਆਂ ਏਜੰਸੀਆਂ ਵੀ ਫੇਲ ਹੋ ਜਾਂਦੀਆਂ। ਮੈਂ ਲੋਕੇਸ਼ ਜੀ ਨੂੰ ਪੁੱਛਦਾ ਇਸ ਤੁਹਾਡੇ ਸਵਾਲ ਦਾ ਜਵਾਬ। ਲੋਕੇਸ਼ ਜੀ, ਜਿਹੜੀ ਸੈਂਟਰਲ ਏਜੰਸੀਜ਼ ਨੇ ਕਿ ਇੱਥੇ ਉਹਨਾਂ ਦਾ ਵੀ ਇਨਪੁਟ ਆ ਕੇ ਖਤਮ ਹੋ ਜਾਂਦਾ, ਫੇਲ ਹੋ ਜਾਂਦਾ ਹੈ, ਕਿਉਂਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਸੈਂਟਰਲ ਇਨਪੁਟ ਦੀ ਗੱਲ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਵਾਰ-ਵਾਰ ਉਹਨਾਂ ਨੂੰ ਸਤਰਕ ਕੀਤਾ ਗਿਆ, ਚੌਕਸ ਕੀਤਾ ਗਿਆ ਸਿੱਧੂ ਮੂਸੇਵਾਲੇ ਦੇ ਅਸੈਸੀਨੇਸ਼ਨ ਨੂੰ ਲੈ ਕੇ। ਧਾਲੀਵਾਲ ਸਾਹਿਬ, ਮੈਂ ਚਹਿਲ ਸਾਹਿਬ ਦੀ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀਗਾ। ਚਹਿਲ ਸਾਹਿਬ ਕਿਤੇ ਆਪਣਾ ਤਜਰਬਾ ਬਿਆਨ ਕਰ ਗਏ ਕਿ ਜੋ ਪਿਛਲੇ ਟਾਈਮ 'ਚ ਕਾਂਗਰਸ ਦੀ ਕੇਂਦਰ ਦੀਆਂ ਸਰਕਾਰਾਂ ਕਰਦੀਆਂ ਸੀ, ਉਹ ਆਪਣਾ ਤਜਰਬਾ ਕਿਤੇ ਬਿਆਨ ਕਰ ਗਏ ਕਿ ਸਰਕਾਰਾਂ ਐਂ ਕਰਦੀਆਂ ਹੁੰਦੀਆਂ ਨੇ। ਜਦਕਿ ਜਿਹੜੀ ਹੁਣ ਸਰਕਾਰ ਆ ਕੇਂਦਰ ਦੇ ਵਿੱਚ, ਉਹ ਸਾਰੇ ਇਨਪੁਟਸ ਇਹਨਾਂ ਨੂੰ ਦੇ ਰਹੀ ਆ, ਪਰ ਲਾਅ ਐਂਡ ਆਰਡਰ ਮੇਨਟੇਨ ਕਰਨਾ ਸਟੇਟ ਸਬਜੈਕਟ ਆ। ਆਪਾਂ ਨੂੰ ਇਸ ਚੀਜ਼ ਨੂੰ ਸਮਝਣਾ ਪਊਗਾ ਕਿ ਜਿਹੜਾ ਹੈਰੀਟੇਜ ਸਟਰੀਟ ਦੇ ਵਿੱਚ ਜੇ 2 ਵਾਰੀ ਇਹ ਕੰਮ ਹੋ ਰਿਹਾ ਹੈਗਾ, ਤੇ ਇਹਦੇ ਵਿੱਚ ਕਿਤੇ ਨਾ ਕਿਤੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਜ਼ਿੰਮੇਵਾਰ ਆ। ਅਸੀਂ ਪਹਿਲੇ ਦਿਨ ਤੋਂ ਹੀ ਇਹ ਕਹਿ ਰਹੇ ਹਾਂ ਕਿ ਜਿਸ ਦਿਨ ਦੀ ਇਹ ਸਰਕਾਰ ਬਣੀ ਆ, ਨਾ ਇਹ ਸੰਵਿਧਾਨ ਨੂੰ ਮੰਨਦੀ ਆ, ਨਾ ਹੀ ਇਹ ਕਿਸੇ ਚੀਜ਼ ਨੂੰ ਮੰਨਦੀ ਆ। ਉਹ ਜਿਹੜੇ ਗੈਰ ਰਾਜ ਆਪਾਂ ਕਹਿ ਲਈਏ ਵੀ ਜਿਹੜੇ ਗੈਰ ਸਮਾਜਿਕ ਤੱਤਵ, ਰੈਡੀਕਲਸ, ਉਹਨਾਂ ਦੇ ਹੌਸਲੇ ਖੁੱਲੇ ਆ। ਔਰ ਇਹ ਸਰਕਾਰ ਸਿਰਫ ਔਰ ਸਿਰਫ ਆਪਣੇ ਝੂਠੇ ਪੋਪੂਲੈਰਿਟੀ ਦੇ ਵਿੱਚ ਲੱਗੀ ਹੋਈ ਆ, ਹੋਰ ਕੁਝ ਨਹੀਂ ਕਰ ਰਹੀ। ਦੇਖੋ, ਆਪਾਂ 1 ਸਾਲ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਸਟੇਟ 'ਚ ਲਾਅ ਐਂਡ ਆਰਡਰ ਦਾ ਬਹੁਤ ਮਾੜਾ ਹਾਲ ਆ। ਔਰ ਹੁਣ ਤਾਂ ਦੇਖੋ, ਪੰਜਾਬ ਦੇ ਵਿੱਚ ਜੇ ਅੰਮ੍ਰਿਤਸਰ ਦੇ ਵਿੱਚ ਬਲਾਸਟ ਹੋ ਜਾਣਾ ਤੇ ਉਸ ਤੋਂ ਸੇਫ ਜਗ੍ਹਾ ਤਾਂ ਹੈ ਹੀ ਕੋਈ ਨਹੀਂ। ਉਹ ਟੂਰਿਸਟ ਪਲੇਸ ਵੀ ਆ, ਗੁਰੂ ਦੀ ਨਗਰੀ ਵੀ ਆ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਸਰਕਾਰ ਦਾ ਫੇਲੀਅਰ ਹੈ। ਦੇਖੋ ਸਰਕਾਰ ਕਰ ਕੀ ਰਹੀ ਹੈ ਧਾਲੀਵਾਲ ਸਾਹਿਬ, ਕਿ ਭਗਵੰਤ ਮਾਨ ਸਾਹਿਬ ਸਟੇਜ ਦੇ ਆਰਟਿਸਟ ਨੇ, ਆਰਟਿਸਟ ਬੈਕਗ੍ਰਾਉਂਡ ਤੋਂ ਆਏ ਨੇ। ਜਿਹੜਾ ਆਰਟਿਸਟ ਹੁੰਦਾ ਨਾ, ਉਹਨੂੰ ਗੱਲਾਂ ਨੂੰ ਟਵਿਸਟ ਕਰਨਾ ਬੜਾ ਵਧੀਆ ਆਉਂਦਾ। ਉਹ ਜਿਹੜੀ ਵੀ ਸਟੇਜ ਤੇ ਜਾਂਦੇ ਨੇ ਮਸਕਰੀ ਜੀ ਕਰਕੇ, ਉਹ ਜਿਹਾ ਐਕਟਿੰਗ ਜੀ ਕਰਕੇ ਆ ਜਾਂਦੇ ਨੇ, ਲੋਕ ਉਹਨਾਂ ਦੀ ਗੱਲਾਂ 'ਚ ਆ ਜਾਂਦੇ ਸੀ। ਹੁਣ ਲੋਕਾਂ ਦੇ ਸਾਹਮਣੇ ਉਹਨਾਂ ਦਾ ਸੱਚ ਆਉਣਾ ਸ਼ੁਰੂ ਹੋ ਗਿਆ ਹੈ, ਤੇ ਲੋਕ ਇਹ ਸਮਝ ਗਏ ਨੇ ਕਿ ਅਸੀਂ ਇਹ ਬਹੁਤ ਵੱਡੀ ਗਲਤੀ ਕਰ ਲਈ ਹੈ ਇਹਨਾਂ ਲੋਕਾਂ ਨੂੰ ਚੁਣ ਕੇ। ਪਰ ਹੁਣ ਲੋਕਤੰਤਰ ਦੇ ਵਿੱਚ ਕੋਈ ਹੋਰ ਤਰੀਕਾ ਨਹੀਂ ਹੈ। ਸਰਕਾਰ ਤਾਂ ਆਪਣੇ ਟਾਈਮ ਦੇ ਨਾਲ ਹੀ ਬਦਲੀ ਜਾਏਗੀ, ਵਿਧਾਇਕ ਵੀ ਇਹਨਾਂ ਦੇ ਕੋਲ 92 ਨੇ, ਤੇ ਕਿਤੇ ਨਾ ਕਿਤੇ ਮਤਲਬ ਪੰਜਾਬ, ਚਲੋ ਓਪੋਜੀਸ਼ਨ ਕੋਲੇ ਤਰੀਕੇ ਵੀ ਬਹੁਤ ਹੁੰਦੇ ਆ, ਇਹੋ ਜੀ ਗੱਲ ਤਾਂ ਨਹੀਂ। ਸਰਕਾਰਾਂ ਅੱਜ ਕੱਲ੍ਹ ਇਕੱਲੀਆਂ ਲੋਕਤੰਤਰ ਦੇ ਵਿੱਚ ਲੋਕਾਂ ਤੇ ਨਿਰਭਰ ਕਰਦੀਆਂ ਨਹੀਂ ਹੈਗੀਆਂ। ਹੁਣ ਤਾਂ ਇਹ ਗੱਲਾਂ ਵੀ ਕਈ ਸਾਫ਼ ਹੋ ਗਈਆਂ ਨੇ। ਧਾਲੀਵਾਲ ਜੀ, ਇੱਕ ਮੈਂ ਤੁਹਾਨੂੰ ਗੱਲ ਮੈਂ ਸ਼ੁਰੂ 'ਚ ਕਹਿਣਾ ਚਾਹੁੰਦਾ ਸੀ, ਮੈਂ ਚਹਿਲ ਸਾਹਿਬ ਦੀ ਗੱਲ ਕਰਕੇ ਕਹਿ ਨਹੀਂ ਸਕਿਆ। ਦੇਖੋ, ਅੱਜ ਆਪਾਂ ਡਿਬੇਟ ਦੇ ਵਿੱਚ ਜਿਹੜਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਹੈ, ਇਹ ਥੋੜਾ ਜਿਹਾ ਤੁਸੀਂ ਡਿਬੇਟ ਦੇ ਵਿੱਚ ਜਨਤਕ ਕਰ ਦਿਆ ਕਰੋ, ਜਾਂ ਉਹਨਾਂ ਦੀ ਇੱਕ ਖਾਲੀ ਕੁਰਸੀ ਲਾਇਆ ਕਰੋ। ਕਿ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੂੰ ਬੁਲਾਇਆ ਸੀਗਾ, ਪਰ ਉਹ ਇਸ ਡਿਬੇਟ ਦੇ ਵਿੱਚ ਆਉਣਾ ਨਹੀਂ ਚਾਹੁੰਦੇ, ਤਾਂ ਕਿ ਪੰਜਾਬ ਦੀ ਜਨਤਾ ਨੂੰ ਪਤਾ ਲੱਗੇ ਕਿ ਇਹ ਜਿਹੜੇ ਪੰਜਾਬ ਦੇ ਸੰਜੀਦਾ ਮੁੱਦੇ ਨੇ ਉਹਦੇ ਤੇ ਪਾਰਟੀ ਕਿੰਨੀ ਕੁ ਸੀਰੀਅਸ ਹੈ। ਪਰ ਇਹ ਕਿਸੇ ਵੀ ਜਦੋਂ ਵੀ ਇਹਨਾਂ ਦੇ ਕੋਲ ਜਵਾਬ, ਲੋਕ ਸਿਆਣੇ ਆ ਜੀ, ਲੋਕ ਸਭ ਜਾਣਦੇ ਆ, ਲੋਕ ਸਭ ਸਮਝਦੇ ਆ। ਅੱਜ ਤਾਂ ਸੱਦਾ ਸਾਰਿਆਂ ਨੂੰ ਦਿੰਦੇ ਆ, ਅੱਜ ਤਾਂ ਮੰਚ ਖੁੱਲਾ ਰੱਖਦੇ ਆ। ਬਹੁਤ ਸਾਰੇ ਰੰਜਿਸ਼ ਕਰਕੇ ਨਹੀਂ ਆਉਂਦੇ, ਬਹੁਤ ਸਾਰੇ ਜਵਾਬ ਨਾ ਹੋਣ ਕਰਕੇ ਨਹੀਂ ਆਉਂਦੇ।
ਪਰ ਤੁਸੀਂ ਦੇਖੋ, ਮੈਂ ਤੁਹਾਡੇ ਚੈਨਲ ਤੇ ਰਿਕੁਐਸਟ ਤੁਹਾਨੂੰ ਕਰ ਰਿਹਾ ਕਿ ਘੱਟੋ ਘੱਟ ਡਿਬੇਟ ਨਹੀਂ, ਮੈਂ ਚੈਨਲ ਨੂੰ ਰਿਪਰੈਜ਼ੈਂਟ ਕਰ ਰਿਹਾ, ਮੈਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ, ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਮੈਂ ਕਹਿ ਰਿਹਾ ਕੋਈ ਰੰਜਿਸ਼ ਕਰਕੇ ਨਹੀਂ ਆਉਂਦੇ। ਨਹੀਂ, ਮੈਂ ਤਾਂ ਕਹਿ ਰਿਹਾ ਤੁਸੀਂ ਦੱਸ ਦਿਆ ਕਰੋ ਲੋਕਾਂ ਨੂੰ ਪਹਿਲਾਂ ਕਿ ਇਸ ਪਾਰਟੀ ਦੇ ਨੁਮਾਇੰਦੇ ਬੁਲਾਏ ਸੀਗੇ, ਇਹ ਵਾਲੇ ਆਏ ਨੇ, ਇਹ ਵਾਲਿਆਂ ਨੇ ਆਣਾ ਠੀਕ ਨਹੀਂ ਸਮਝਿਆ, ਤਾਂ ਕਿ ਲੋਕਾਂ ਨੂੰ ਤੁਹਾਡੇ ਮੂੰਹ ਤੋਂ ਜੋ ਸੁਣੀ ਜਾਣੀ ਗੱਲ ਹੈ ਨਾ ਉਹਦਾ ਵਿਸ਼ਵਾਸ ਹੁੰਦਾ ਹੈ। ਅਸੀਂ ਆਪਣੀ ਪਾਰਟੀ ਲਾਈਨ ਤੇ ਗੱਲ ਕਰਨੀ ਆ, ਪਰ ਜੋ ਤੁਸੀਂ ਕਹੋਗੇ ਵੀ ਅੱਜ ਇੰਨਾ ਸੰਜੀਦਾ ਮਸਲਾ ਸੀਗਾ, ਅਸੀਂ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਬੁਲਾਇਆ ਸੀਗਾ ਪਰ ਉਹ ਡਿਬੇਟ 'ਚ ਉਹਨਾਂ ਦਾ ਨੁਮਾਇੰਦਾ ਸ਼ਾਮਿਲ ਨਹੀਂ ਹੋਇਆ, ਤਾਂ ਲੋਕਾਂ ਨੂੰ ਸਮਝ ਲੱਗ ਜਾਂਦਾ। ਸਾਡੇ ਕਿਸੇ ਜਵਾਬ ਦੇਣ ਦੀ ਲੋੜ ਹੀ ਨਹੀਂ ਆ ਕਿ ਸਾਰਾ ਦਾ ਸਾਰਾ ਕਸੂਰ ਇਸ ਸਰਕਾਰ ਦਾ ਆ। ਉਹ ਦੇਖੋ ਸਰਕਾਰ ਕਰ ਕੀ ਰਹੀ ਆ ਕਿ ਨਹੀਂ, ਦੇਖੋ ਮੈਂ ਇੱਥੇ ਗੱਲ ਸਾਫ਼ ਕਰ ਦਿੰਦਾ, ਜੋ ਤੁਸੀਂ ਮੇਰੇ ਤੋਂ ਤਵੱਕੋ ਰੱਖ ਰਹੇ ਹੋ, ਮੈਨੂੰ ਕੋਈ ਕਹਿਣ ਦੇ ਵਿੱਚ ਗੁਰੇਜ਼ ਨਹੀਂ ਤੇ ਨਾ ਹੀ ਕੋਈ ਘਬਰਾਹਟ ਹੈ ਤੇ ਨਾ ਹੀ ਮੈਂ ਕਦੇ ਇਦਾਂ ਦਾ ਰਿਹਾ। ਰਾਣਾ ਸਾਹਿਬ ਤਾਂ ਮੇਰੇ ਨਾਲ ਬਹੁਤ ਸਾਲਾਂ ਤੋਂ 10 ਸਾਲਾਂ ਤੋਂ ਡਿਬੇਟਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ। ਆਮ ਆਦਮੀ ਪਾਰਟੀ ਨੂੰ ਵੀ ਸੱਦਾ ਦਿੱਤਾ ਗਿਆ ਸੀ, ਤੁਹਾਡੇ ਪੁਰਾਣੇ ਜਿਹੜੇ ਭਾਈਵਾਲ ਹੈ ਜਿਨ੍ਹਾਂ 9 ਮਾਸ ਦਾ ਤੁਹਾਡਾ ਰਿਸ਼ਤਾ ਰਿਹਾ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ, ਈਵਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸੱਦਾ ਦਿੱਤਾ ਗਿਆ ਸੀ। ਉਹਨਾਂ ਤੋਂ ਵੀ ਬਹੁਤ ਸਾਰੇ ਸਵਾਲ ਲੈਣੇ ਸੀ ਵੀ ਆਖਰ ਇਹ ਚੀਜ਼ਾਂ ਕਿਵੇਂ ਹੋਈਆਂ, ਕਿਉਂਕਿ ਹਰ ਬੰਦੇ ਦਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਟਾਸਕ ਫੋਰਸ ਰੱਖੀ ਹੋਈ ਹੈ, ਹੋਰ ਵੀ ਬਹੁਤ ਤਰ੍ਹਾਂ ਦੇ ਚੌਕਸੀ ਪੈ ਰਹੇ ਆ, ਤਾਂ ਉਸ ਜਾਂ ਵੀ ਤੁਸੀਂ ਸਵਾਲ ਲੈਣੇ ਸੀ ਪਰ ਨਹੀਂ ਆਏ। ਹੁਣ ਨਹੀਂ ਆਇਆ ਤੇ ਕੋਈ ਅਸੀਂ ਕੀ ਕਰ ਸਕਦੇ ਹਾਂ ਉਹਨਾਂ ਦਾ। ਜੀ ਧਾਲੀਵਾਲ ਜੀ, ਮੈਂ ਕਹਿ ਰਿਹਾ ਕਿ ਜਦ ਤੱਕ ਆਪਾਂ ਦੱਸਾਂਗੇ ਨਹੀਂ ਕਿਸੇ ਨੂੰ ਪਤਾ ਨਹੀਂ ਲੱਗੇਗਾ। ਜਿਹੜੇ ਤੁਹਾਡੇ ਪ੍ਰੋਗਰਾਮ ਇਹ ਦੇਖ ਰਹੇ ਨੇ ਉਹ ਤਾਂ ਹੀ ਦੇਖ ਰਹੇ ਨੇ ਕਿ 2 ਪ੍ਰਵਕਤਾ ਆਏ ਨੇ, ਇਹਨਾਂ ਦੀ ਗੱਲ ਚੱਲ ਰਹੀ ਆ, ਬਾਕੀਆਂ ਦਾ ਜੇ ਤੁਸੀਂ ਦੱਸ ਦਿਓਗੇ ਤਾਂ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਊਗਾ ਜੀ। ਮੈਂ ਤਾਂ ਇਹ ਰਿਕੁਐਸਟ ਕਰ ਰਿਹਾ ਤੁਹਾਨੂੰ। ਠੀਕ ਹੈ, ਪਰ ਜਿਹੜਾ ਚਹਿਲ ਸਾਹਿਬ ਦਾ ਤੁਸੀਂ ਐਕਸਪੀਰੀਅੰਸ ਦੱਸਿਆ ਵੀ ਉਹਨਾਂ ਦੀ ਪਾਰਟੀਆਂ ਇਦਾਂ ਦੀਆਂ ਕੰਮ ਸਰਕਾਰਾਂ ਕਰਦੀਆਂ ਰਹੀਆਂ ਨੇ, ਕਿ ਹੁਣ ਇਹ ਸਰਕਾਰ ਵੀ ਉਸੇ ਪੈਟਰਨ ਨੂੰ ਫੋਲੋ ਕਰ ਰਹੀ ਹੈ? ਜੀ ਨਹੀਂ ਧਾਲੀਵਾਲ ਸਾਹਿਬ, ਮੈਂ ਤੁਹਾਨੂੰ ਪਹਿਲਾਂ ਹੀ ਜਵਾਬ ਦੇ ਚੁੱਕਾ, ਕਿਉਂਕਿ ਹੁਣ ਕਾਂਗਰਸ ਕੋਲ ਕੋਈ ਹੋਰ ਮੁੱਦਾ ਹੈ ਨਹੀਂਗਾ, ਤਾਂ ਇਸ ਲਈ ਇਹਨਾਂ ਨੂੰ ਇਹੀ ਹੁੰਦਾ ਵੀ ਜਿਹੜੀ ਵੀ ਕੋਈ ਗੱਲ ਉਹ 'ਚ ਕੇਂਦਰ ਸਰਕਾਰ ਤੱਕ ਕਸੂਰ ਕੱਢ ਦਿਓ। ਸੈਂਟਰਲ ਏਜੰਸੀਆਂ ਬਾਰ-ਬਾਰ ਇਹਨਾਂ ਨੂੰ ਸਟੇਟ ਨੂੰ ਅਲਰਟ ਕਰ ਰਹੀਆਂ ਨੇ, ਬਾਰ-ਬਾਰ ਇਹਨਾਂ ਨੂੰ ਅਲਰਟ ਮੈਸੇਜ ਭੇਜੇ ਜਾ ਰਹੇ ਆ, ਪਰ ਜੇ ਹੁਣ ਸਟੇਟ ਕੰਮ ਹੀ ਨਹੀਂ ਕਰ ਰਹੀ, ਮੈਂ ਤੁਹਾਨੂੰ ਲਿਆਣਾ ਕਿੱਥੇ ਚਾਹ ਰਿਹਾ ਸੀਗਾ ਕਿ ਪੰਜਾਬ ਪੁਲਿਸ ਦਾ ਕਿਸ ਤਰੀਕੇ ਨਾਲ ਅਲਰਟ ਕਰ ਰਹੇ ਆ, ਕਿਹੋ ਜਿਹੇ ਮੈਸੇजेस ਦੇ ਨਾਲ ਅਲਰਟ ਕੀਤਾ ਜਾ ਰਿਹਾ, ਕੀ ਤੁਸੀਂ ਦੱਸ ਸਕਦੇ ਹੋ? ਜਿਹੜਾ ਵਿਜੀਲੈਂਸ ਦੇ ਦਫ਼ਤਰ ਤੇ ਮੋਹਾਲੀ 'ਚ ਹਮਲਾ ਹੋਇਆ ਸੀ, ਉਸ ਤੋਂ ਪਹਿਲਾਂ ਵੀ ਇਹਨਾਂ ਨੂੰ ਇਨਪੁਟ ਆਇਆ ਸੀਗਾ, ਇਹਨਾਂ ਨੂੰ ਮੂਸੇਵਾਲ ਦੀ ਹੱਤਿਆ ਤੋਂ ਪਹਿਲਾਂ ਵੀ ਇਨਪੁਟ ਆਇਆ ਸੀਗਾ ਕਿ ਲਾਅ ਐਂਡ ਆਰਡਰ ਤੁਹਾਡੀ ਸਟੇਟ 'ਚ ਠੀਕ ਨਹੀਂ ਆ। ਪਰ ਹੁਣ ਜੇ ਸਰਕਾਰ ਕੋਈ ਕਾਰਵਾਈ ਕਰਨ 'ਚ ਫੇਲ ਹੋ ਜਾਂਦੀ ਆ ਤੇ ਸਟੇਟ ਸਬਜੈਕਟ ਔਰ ਸਟੇਟ ਦਾ ਨਹੀਂ, ਮੈਨੂੰ ਇਹ ਲੱਗਦਾ ਹੈ ਲੋਕੇਸ਼ ਜੀ, ਕੀ ਕਹਿੰਦੇ ਆ ਰਾਣਾ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਸਵਾਲ ਲੈਣਾ ਚਾਹੁੰਦਾ ਵੀ ਗੱਲ ਠੀਕ ਹੈ ਉਹਨਾਂ ਦੀ ਵੀ ਜੇ ਉਹ ਇਦਾਂ ਦਾ ਇਨਪੁਟ ਦੇ ਰਹੇ ਆ ਪਰ ਨਹੀਂ ਕੰਮ ਕਰ ਰਹੇ, ਇਹਦਾ ਮਤਲਬ ਤਾਂ ਇਹ ਹੈ ਕਿ ਸਰਕਾਰ ਮਤਲਬ ਬਿਲਕੁਲ ਹੀ ਸੁੱਤੀ ਪਈ ਇਸ ਜਵਾਬ ਤੋਂ ਬਾਅਦ ਤਾਂ। ਪਰ ਗੱਲ ਇਹ ਆ ਕਿ ਜੇ ਵਾਰ-ਵਾਰ ਨੋਟਿਸ ਨਹੀਂ ਲਿਆ ਜਾ ਰਿਹਾ ਸੈਂਟਰਲ ਏਜੰਸੀਜ਼ ਦਾ ਔਰ ਹੋਰ ਦਾ, ਕਿਉਂਕਿ ਹੁਣ BSF ਦਾ ਦਾਇਰਾ ਹੀ 50 ਕਿਲੋਮੀਟਰ ਕਰ ਦਿੱਤਾ ਗਿਆ ਹੈ, ਕੀ ਉਹਨਾਂ ਦੇ DG BSF ਇਹ ਕੇਂਦਰ ਸਰਕਾਰ ਨੂੰ ਲਿਖ ਕੇ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ ਕਿ ਬਈ ਅਸੀਂ ਬਾਰ-ਬਾਰ ਅਲਰਟ ਕਰਦੇ ਹਾਂ ਪਰ ਇਹ ਨਹੀਂ ਜਾਗਦੇ ਤੇ ਅਖੀਰ ਨੂੰ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ, ਕੋਈ ਨਾ ਕੋਈ ਮਰ ਜਾਂਦਾ, ਕੋਈ ਨਾ ਕੋਈ ਧਮਾਕਾ ਹੋ ਜਾਂਦਾ? ਧਾਲੀਵਾਲ ਸਾਹਿਬ, ਗੱਲ ਇਹ ਆ ਜਿਵੇਂ ਲੋਕੇਸ਼ ਜੀ ਗੱਲ ਕਰ ਰਹੇ ਆ, ਕਾਂਗਰਸ ਪਾਰਟੀ ਤੇ ਤਾਂ ਸਵਾਲ ਇਹ ਚੱਕ ਹੀ ਨਹੀਂ ਸਕਦੇ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਇਆ ਸੀ ਅੱਤਵਾਦ ਵੇਲੇ, ਉਹੀ ਕਾਂਗਰਸ ਪਾਰਟੀ ਆ ਜਿਹਨੇ ਪੰਜਾਬ ਦੇ ਮਾਹੌਲ ਨੂੰ ਸੈੱਟ ਕਰਕੇ ਮੈਂ ਗੱਲ ਕਰ ਲਿਓ, ਪਰ ਮੇਰੇ ਸਵਾਲ ਦਾ ਜਵਾਬ ਤਾਂ ਦੇ ਦਿਓ ਜਿਹੜਾ ਮੈਂ ਸਵਾਲ ਪੁੱਛਿਆ। ਮੈਂ ਤੁਹਾਨੂੰ ਦੋਨੇ ਗੱਲਾਂ ਕਰਦਾ ਨਾ, ਪਹਿਲਾਂ ਮੈਂ ਉਹਨਾਂ ਨੇ ਸਵਾਲ ਕੀਤਾ ਉਹਨਾਂ ਦੀ ਗੱਲ ਦਾ ਜਵਾਬ। ਕਾਂਗਰਸ ਪਾਰਟੀ ਉਹ ਪਾਰਟੀ ਆ ਜਿਹਨੇ ਅੱਤਵਾਦ ਸਮੇਂ ਬੇਅੰਤ ਸਿੰਘ ਹੋਰਾਂ ਨੇ ਆਪਦੀ ਸ਼ਹਾਦਤ ਦੇ ਕੇ ਇਸ ਪੰਜਾਬ ਨੂੰ ਬਚਾਇਆ ਤੇ ਮੁੜ ਕੇ ਉਹੀ ਰੰਗਲਾ ਪੰਜਾਬ ਬਣਾਇਆ। ਹੁਣ ਮੈਂ ਤੁਹਾਡੀ ਉਸ ਗੱਲ ਤੇ ਆਉਣਾ, ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਹੁੰਦੀਆਂ, ਸਾਡੇ 1-2 ਸੱਜਣ ਹੈਗੇ ਉਹਨਾਂ ਦੇ ਨਾਲ ਸਿਕਿਉਰਿਟੀਆਂ ਲੱਗੀਆਂ ਹੋਈਆਂ, ਸੈਂਟਰ ਦੀਆਂ ਉਹਨਾਂ ਦੇ ਨਾਲ ਸਿਕਿਉਰਿਟੀਆਂ ਲੱਗੀਆਂ, ਉਹਨਾਂ ਦਾ ਇੱਕ ਜਿਹੜਾ ਟਾਈ ਅਪ ਸੈਂਟਰ ਦੀਆਂ ਸਿਕਿਉਰਿਟੀਆਂ ਨਾ ਪੰਜਾਬ ਪੁਲਿਸ ਦੇ ਨਾਲ ਵੀ ਹੈਗਾ। ਜਦੋਂ ਕਿਤੇ ਜਾਂਦੇ ਆ ਇੱਕ ਤਾਲਮੇਲ ਬਣਾ ਕੇ ਚੱਲਦੇ ਆ ਵੀ ਜੀ ਸੈਂਟਰ ਦੀ ਸਿਕਿਉਰਿਟੀ ਤਾਂ ਚੱਲੀ ਪਈ ਹੈ, ਨਾਲ ਰਸਤੇ ਦੇ ਵਿੱਚ ਸਾਨੂੰ ਪੰਜਾਬ ਪੁਲਿਸ ਵੀ ਚਾਹੀਦੀ ਹੈ ਕਵਰ ਅਪ ਕਰਨ ਵਾਸਤੇ। ਜੇ ਇੱਕ ਛੋਟੀ ਗੱਲ ਤੇ ਇਹਨਾਂ ਦੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਹੈਗੀ ਆ, ਫਿਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਵੀ ਇਹਨਾਂ ਨੂੰ ਇੰਨੀ ਵਾਰ ਜੇ ਲੋਕੇਸ਼ ਜੀ ਕਹਿੰਦੇ ਹਦਾਇਤ ਦਿੱਤੀ ਗਈ ਹੈ, ਇਹਨਾਂ ਨੂੰ ਦੱਸਿਆ ਗਿਆ, ਤਾਂ ਕੀ ਇਹਨਾਂ ਦੇ ਉੱਪਰ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਹੋਮ ਡਿਪਾਰਟਮੈਂਟ ਵੱਲੋਂ? ਇੱਕ ਪਾਸੇ ਗਵਰਨਰੀ ਰਾਜ ਲਾਉਣ ਦੀਆਂ ਬਹੁਤ ਕੋਸ਼ਿਸ਼ਾਂ ਕਰ ਰਹੇ ਆ, ਜੇ ਉਹ ਕੋਸ਼ਿਸ਼ਾਂ ਦੇ ਨਾਲ ਇਹ ਕੋਸ਼ਿਸ਼ਾਂ ਵੀ ਕੀਤੀਆਂ ਜਾਣ ਵੀ ਪੰਜਾਬ ਦਾ ਮਾਹੌਲ ਨਾ ਖਰਾਬ ਹੋਣ ਦਿੱਤਾ ਜਾਵੇ, BSF ਦਾ ਦਾਇਰਾ ਵਧਾਤਾ, BSF ਨੂੰ ਪਾਵਰਾਂ ਦੇਤੀਆਂ, ਫਿਰ ਤਾਂ BSF ਦਾ ਵੀ ਨਿੱਜੀ ਤੌਰ ਤੇ ਫਰਜ਼ ਬਣ ਜਾਂਦਾ
ਤੁਸੀਂ ਦੇਖੋ ਅੰਮ੍ਰਿਤਸਰ ਜਿਹੜਾ ਹੈਗਾ ਬਾਰਡਰ ਤੋਂ ਕਿੰਨੀ ਦੂਰ ਆ, ਬਾਰਡਰ ਤੋਂ ਅੰਮ੍ਰਿਤਸਰ ਸਾਹਿਬ ਕਿੰਨੀ ਦੂਰ ਆ, ਤੇ ਫਿਰ ਤਾਂ ਜਾਣਕਾਰੀ ਹਰੇਕ ਚੀਜ਼ ਦੀ ਉਹਨਾਂ ਨੂੰ ਵੀ ਹੋਣੀ ਚਾਹੀਦੀ ਆ। ਪੰਜਾਬ ਦੇ ਵਿੱਚ ਇੱਕ ਮੂਵਮੈਂਟ ਸ਼ੁਰੂ ਕਰਤੀ ਇਹਨਾਂ ਨੇ, ਵਰਬਲੀ ਮੂਵਮੈਂਟ ਸ਼ੁਰੂ ਕਰਤੀ ਅਮਰਤਪਾਲ ਨੂੰ ਲੈ ਕੇ ਕਿ ਜੀ ਖਾਲਿਸਤਾਨੀ ਮੂਵਮੈਂਟ ਚੱਲ ਰਹੀ ਹੈ ਪੰਜਾਬ ਦੇ ਵਿੱਚ। ਹਾਲਾਂਕਿ ਉਹ ਕੋਈ ਏਦਾਂ ਦੀ ਗੱਲ ਨਹੀਂ ਸੀ। ਜੇ ਬੰਦਾ ਕੋਈ ਧਰਮ ਪ੍ਰਚਾਰ ਕਰਾ ਰਿਹਾ ਕਿਸੇ ਨੂੰ, ਜਾਂ ਬੰਦਾ ਕਿਸੇ ਨੂੰ ਸਿੱਖੀ ਦੇ ਰਾਹ ਤੇ ਲਾ ਰਿਹਾ, ਤੁਸੀਂ ਉਹਨੂੰ ਗਲਤ ਪਾਸੇ ਕਰ ਰਹੇ ਹੋ। ਪਹਿਲਾਂ ਉਹਨੂੰ 2 ਮਹੀਨੇ ਉਹਨੂੰ ਹਾਈਪ ਦਿੱਤੀ, ਉਦੋਂ ਕੇਂਦਰ ਦੀਆਂ ਏਜੰਸੀਆਂ ਨੂੰ ਨਹੀਂ ਪਤਾ ਸੀ ਬਈ ਇਹ ਜਿਹੜਾ ਬੰਦਾ ਪੰਜਾਬ ਦੇ ਵਿੱਚ ਕੀ ਕਰ ਰਿਹਾ। ਉਦੋਂ ਕੇਂਦਰ ਦੀਆਂ ਏਜੰਸੀਆਂ ਨੂੰ ਇਹ ਨਹੀਂ ਪਤਾ ਸੀ ਵੀ ਉੱਥੇ ਆਪਦੀ ਇੱਕ ਇਹਨਾਂ ਨੇ ਸ਼ੂਟਿੰਗ ਵਾਸਤੇ ਰੇਂਜ ਬਣਾਈ ਆ। ਉਸ ਵੇਲੇ ਵੀ ਇਹਨਾਂ ਨੇ ਸਿਰਫ ਪੰਜਾਬ ਦੇ ਵਿੱਚ ਕਹੂਆ ਕ੍ਰੀਏਟ ਕਰਨਾ ਸੀ। ਚਲੋ ਮੈਂ ਇਹਨਾਂ तमाम ਮੌਕੇ ਦੇ ਉੱਪਰ ਫਿਰ ਕਾਰਵਾਈ ਕੀਤੀ ਪੰਜਾਬ ਪੁਲਿਸ ਨੇ। ਤਾਂ ਜੀ ਮੈਂ ਜਵਾਬ ਲਵਾਂਗਾ, ਪਰ ਇੱਥੇ ਗਰਾਊਂਡ ਜ਼ੀਰੋ ਤੋਂ ਸਾਡੇ ਪੱਤਰਕਾਰ ਸਰਵਣ ਸਿੰਘ ਇਸ ਵੇਲੇ ਜੁੜੇ ਸਾਡੇ ਨਾਲ। ਸਰਵਣ, ਇਸ ਵੇਲੇ ਦਾ ਉੱਥੋਂ ਦਾ ਮਾਹੌਲ ਕੀ ਹੈ? ਜਿਵੇਂ ਆਮ ਦਿਨਾਂ ਦੇ ਵਿੱਚ ਯਾਤਰੂ ਸ਼ਰਧਾਲੂ ਆਉਂਦੇ ਆ ਕਿ ਓਨੀ ਗਿਣਤੀ ਦੇ ਵਿੱਚ ਇਹ 2 ਦਿਨਾਂ 'ਚ ਹੋਏ ਧਮਾਕਿਆਂ ਤੋਂ ਬਾਅਦ ਕੁਝ ਰੌਣਕ ਫਿੱਕੀ ਪਈ ਹੈ, ਤੇ ਹੁਣ ਤੱਕ ਦਾ ਪੁਲਿਸ ਦਾ ਸਭ ਤੋਂ ਵੱਡਾ ਅਪਡੇਟ ਇਸ ਮਸਲੇ ਦੇ ਵਿੱਚ ਕੀ ਹੈ ਕਿ ਕੁਝ ਆਇਡੈਂਟੀਫਾਈ ਹੋ ਸਕਿਆ ਜਾਂ ਨਹੀਂ? ਇੱਕ ਧਮਾਕੇ ਜਦ ਹੋਏ ਨੇ ਤਾਂ ਇਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਥੋੜਾ ਖੌਫ ਦਾ ਮਾਹੌਲ ਜ਼ਰੂਰ ਹੈ। ਸੰਗਤਾਂ ਜਿਹੜੀਆਂ ਆਉਂਦੀਆਂ ਸੀਗੀਆਂ ਉਹ ਵਕਤ ਉਸੇ ਤਰ੍ਹਾਂ ਹੀ ਆ ਰਹੀਆਂ ਨੇ, ਪਰ ਜੇਕਰ ਇਸ ਵਕਤ ਪੁਲਿਸ ਦੀ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਜਿਹੜੀ ਜਾਂਚ ਉਸ ਦਾ ਦਾਇਰਾ ਜਿਹੜਾ ਵਧਾਇਆ ਗਿਆ। ਪੰਜਾਬ ਦੇ ਡੀਜੀਪੀ ਗੌਰਵ ਜਾਦਵ ਅੱਜ ਮੌਕੇ ਤੇ ਪਹੁੰਚੇ ਸਨ, ਜਿਨ੍ਹਾਂ ਵੱਲੋਂ ਇਸ ਸਬੰਧ ਘਟਨਾ ਦੇ ਵਿੱਚ ਕੋਈ ਜਾਣਕਾਰੀ ਲਈ ਗਈ। ਬਾਅਦ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ, ਔਰ ਜਿਵੇਂ ਕਿ ਪੁਲਿਸ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਨੌ ਨਿਹਾਲ ਸਿੰਘ ਉਹਨਾਂ ਵੱਲੋਂ ਕਿਹਾ ਕਿ ਜਿਹੜਾ ਇਹ ਧਮਾਕਾ ਹੋਇਆ ਕਿਸੇ ਵੱਲੋਂ ਦੇਸੀ ਬੰਬ ਤਿਆਰ ਕਰਕੇ ਜਿਹੜਾ ਇਹ ਧਮਾਕਾ ਕੀਤਾ ਗਿਆ, ਕਿਤੇ ਨਾ ਕਿਤੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਔਰ ਇਸ ਦੇ ਨਾਲ ਹੀ ਮੈਂ ਵੀ ਦੱਸ ਦੇਵਾਂ ਕਿ ਸੰਗਤਾਂ ਦੇ ਮਨਾਂ ਦੇ ਵਿੱਚ ਖੌਫ ਪੈਦਾ ਕਰਨ ਦਾ ਯਤਨ ਕੀਤਾ ਗਿਆ। ਅਜੇ ਤੱਕ ਜਿਹੜੀ ਹੈ ਇਹ ਖਬਰ ਜਿੰਨਾ ਤੱਕ ਵੀ ਪਹੁੰਚੀ ਹੈ ਉਹਨਾਂ ਦੇ ਮਨਾਂ ਦੇ ਅੰਦਰ ਬੇਸ਼ੱਕ ਇਸ ਵਕਤ ਖੌਫ ਦਾ ਮਾਹੌਲ ਹੈ, ਪਰ ਸਰਵਣ ਇੱਕ ਗੱਲ ਇੱਥੇ ਜ਼ਰੂਰ ਜਾਣਨੀ ਚਾਹਾਂਗੇ ਕਿ ਜਿਵੇਂ ਡੀਜੀਪੀ ਸਾਹਿਬ ਨੇ ਕਿਹਾ ਕਿ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਕਿ ਇਹ ਕੌਣ ਹੋ ਸਕਦੇ, ਇਹਨਾਂ ਦੇ ਮਕਸਦ ਕੀ ਹੋ ਸਕਦੇ, ਪਰ ਉਸ ਤੋਂ ਪਹਿਲਾਂ ਪੱਤਰਕਾਰ ਬਹੁਤ ਸਾਰੀ ਚੀਜ਼ਾਂ ਖਬਰਾਂ ਕੱਢ ਲਿਆਉਂਦੇ ਆ ਕਿ ਅਕਸਰ ਹੀ ਗਰਾਊਂਡ ਦੇ ਵਿੱਚ ਵਿਚਰਦੇ ਆ ਦੇਖਦੇ ਆ ਕਿ ਕਈ ਚੀਜ਼ਾਂ ਦੀਆਂ ਕਨਸੂਆਂ ਮਿਲਣ ਲੱਗ ਪੈਂਦੀਆਂ ਨੇ ਕਿ ਇਹ ਮਕਸਦ ਇਹ ਮਨਸੂਬਿਆਂ ਨੂੰ ਲੈ ਕੇ ਫਲਾਨੀ ਜਗ੍ਹਾ ਤੋਂ ਫਲਾਨੇ ਬੰਦੇ ਆਏ ਸੀ, ਤੇ ਅਕਸਰ 90% ਉਹ ਚੀਜ਼ਾਂ ਫਿਰ ਠੀਕ ਵੀ ਹੁੰਦੀਆਂ ਨੇ। ਕੁਝ ਅਜਿਹੀਆਂ ਕਨਸੂਹਾਂ ਮਿਲ ਰਹੀਆਂ ਹੋਣ। ਦੇਖੋ ਇਹ ਤਾਂ ਸਿੱਧੀ ਗੱਲ ਹੈ ਕਿ ਜੇ ਜਾਵੇ ਤਾਂ ਸ਼ਾਇਦ ਲੋਕਾਂ ਦਾ ਕਹਿਣਾ ਜੋ ਆਮ ਲੋਕ ਗੱਲਾਂ ਕਰਦੇ ਨੇ ਕਿ ਇਸ ਵਕਤ ਜੋ ਬਲਾਸਟ ਕੀਤੇ ਗਏ ਨੇ ਕਿਸੇ ਨਾ ਕਿਸੇ ਦੇ ਮਾਹੌਲ ਨੂੰ ਵਿਗਾੜਨ ਲਈ ਔਰ ਸੰਗਤਾਂ ਦਾ ਜਿਹੜਾ ਮੋਹ ਭੰਗ ਕਰਨ ਲਈ ਕੀਤੇ ਗਏ ਨੇ। ਲੋਕਾਂ ਦੇ ਤਰ੍ਹਾਂ ਦੇ ਆਪੋ ਆਪਣੇ ਵਿਚਾਰ ਨੇ। ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦਾ ਜਿਹੜਾ ਯਤਨ ਕੀਤਾ ਗਿਆ, ਆਖਰ ਇਸੇ ਜਗ੍ਹਾ ਨੂੰ 2 ਵਾਰ ਕਿਉਂ ਚੁਣਿਆ ਗਿਆ? ਸਭ ਤੋਂ ਵੱਡਾ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਹੈ ਕਿ ਜੇਕਰ ਪਰਸੋਂ ਬਲਾਸਟ ਹੁੰਦਾ, ਰਾਤ ਦੇ ਸਮੇਂ ਹੁੰਦਾ, ਤਾਂ ਪੁਲਿਸ ਇੱਥੇ ਭਾਰੀ ਮਾਤਰਾ ਦੇ ਵਿੱਚ ਤੈਨਾਤ ਕਰ ਦਿੱਤੀ ਜਾਂਦੀ ਹੈ। ਪੁਲਿਸ ਵੱਲੋਂ ਜਾਂਚ ਕਰਦੇ ਜਿਹੜੇ ਉਹ ਦਾਅਵੇ ਕੀਤੇ ਜਾਂਦੇ ਨੇ, ਪਰ ਫਿਰ ਦੁਬਾਰਾ ਆਖਰ ਇਸੇ ਜਗ੍ਹਾ ਨੂੰ ਨਿਸ਼ਾਨਾ ਜਿਹੜਾ ਉਹ ਕਿਉਂ ਬਣਾਇਆ ਗਿਆ? ਕਿਤੇ ਨਾ ਕਿਤੇ ਸ਼ਰਧਾਲੂਆਂ ਦਾ ਜਿਹੜਾ ਉਹ ਮਨੋਬਲ ਤੋੜਨਾ ਚਾਹੁੰਦੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਸਿਰਫ ਜਿਹੜਾ 100 ਤੋਂ 150 ਮੀਟਰ ਦੀ ਦੂਰੀ ਦੇ ਉੱਤੇ ਆ, ਕਿਤੇ ਨਾ ਕਿਤੇ ਸੰਗਤਾਂ ਦੇ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਲੋਕਾਂ ਦੇ ਮਨ ਦੇ ਵਿੱਚ ਅਜੇ ਤੱਕ ਖਿਆਲ ਜਿਹੜਾ ਆ ਰਿਹਾ। ਪਰ ਜੇਕਰ ਗੱਲ ਕੀਤੀ ਜਾਵੇ ਤਾਂ ਆਪਾਂ ਤਾਂ ਪਰਸੋਂ ਹੀ ਕਲੀਅਰ ਕਰ ਦਿੱਤਾ ਸੀਗਾ ਕਿ ਇਹ ਕੋਈ ਨਾ ਕੋਈ ਚਿੱਤੀ ਦੇ ਬਟਨ ਦੇ ਨਾਲ ਧਮਾਕਾ ਹੋਇਆ, ਨਾ ਕਿਸੇ ਗੈਸ ਸਿਲੰਡਰ ਦੇ ਬਟਨ ਦੇ ਨਾਲ ਧਮਾਕਾ ਹੋਇਆ। ਇਹ ਸਿੱਧੇ ਤੌਰ ਤੇ ਧਮਾਕਾ ਜਿਹੜਾ ਉਹ ਜਾਣਬੁੱਝ ਕੇ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਤਾਂ ਜੋ ਸੰਗਤਾਂ ਨੂੰ ਜਿਹੜਾ, ਜਿਵੇਂ ਜੋ ਲੋਕ ਕਹਿੰਦੇ ਨੇ ਕਿ ਸੰਗਤਾਂ ਨੂੰ ਜਿਹੜਾ ਇਧਰਲੇ ਪਾਸੋਂ ਬਹੁਤ ਥੋੜਾ ਜਿਹਾ, ਪਰ ਦੇਖਿਆ ਜਾਵੇ ਤਾਂ ਸੰਗਤਾਂ ਦੇ ਫਲੋ ਦੇ ਵਿੱਚ ਕੋਈ ਕਮੀ ਨਹੀਂ ਆਈ। ਲੋਕ ਉਸੇ ਤਰ੍ਹਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ। ਕਿਸੇ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਖੌਫ ਦਾ ਮਾਹੌਲ ਨਹੀਂ। ਠੀਕ ਹੈ ਸਰਵਣ, ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਸ਼ੁਕਰੀਆ। ਸੋ ਸਾਡੇ ਪੱਤਰਕਾਰ ਸਰਵਣ ਸਿੰਘ ਸੀ, ਗਰਾਊਂਡ ਜ਼ੀਰੋ ਤੋਂ ਬਣੇ ਆ। ਸਾਡੇ ਗੈਸਟ ਨੇ ਵੀ ਉਹਨਾਂ ਦੀ ਗੱਲਬਾਤ ਸੁਣੀ ਹੋਣੀ। ਨਾਰੰਗ ਸਾਹਿਬ, ਗੱਲ ਜਿਸ ਤਰੀਕੇ ਨਾਲ ਸਰਵਣ ਹੋਰਾਂ ਨੇ ਸਵਾਲ ਰੇਜ਼ ਕੀਤੇ ਆ ਕਿ ਇੱਕੋ ਹੀ ਜਗ੍ਹਾ ਦੇ ਉੱਤੇ ਤੇ 2 ਦਿਨਾਂ ਦੇ ਅੰਦਰ 2 ਧਮਾਕੇ ਹੋਣੇ ਔਰ ਦਰਬਾਰ ਸਾਹਿਬ ਨੂੰ ਹੀ ਚੁਣਿਆ ਜਾਣਾ, ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਵਾਲਾ ਵਿਵਾਦ ਹੋਇਆ ਕਿ ਸੰਗਤ ਦਾ ਮਨੋਬਲ ਤੋੜਨ ਦਾ ਕੋਈ ਯਤਨ ਤੇ ਕੋਈ ਕੋਝੀ ਸਾਜ਼ਿਸ਼ ਹੋ ਰਹੀ ਹੈ। ਕਿੰਨਾ ਕੁ ਇਤਫਾਕ ਰੱਖਦੇ ਇਸ ਗੱਲ ਨਾਲ? ਦੇਖੋ ਧਾਰੀਵਾਲ ਸਾਹਿਬ ਜੀ, ਕੋਈ ਨਾ ਕੋਈ ਤਾਂ ਸ਼ਰਾਰਤ ਕਰ ਹੀ ਰਿਹਾ ਹੈ ਨਾ। ਮੈਂ ਤਾਂ ਇਸ ਚੀਜ਼ ਨੂੰ ਮੰਨਦਾ ਕਿ ਜੇ ਦਰਬਾਰ ਸਾਹਿਬ ਤੇ ਚਾਹੇ ਉਹ ਪਹਿਲਾਂ ਕੋਈ ਲੜਕੀ ਵਾਲਾ ਇੱਕ ਆਇਆ ਸੀਗਾ ਵੀਡੀਓ ਦਾ, ਤਿਰੰਗਾ ਬਣਾ ਕੇ ਚਲੀ ਗਈ ਸੀ, ਜਾਂ ਹੁਣੇ ਜੇ ਹੋਇਆ ਆ, ਤੇ ਕਿਤੇ ਨਾ ਕਿਤੇ ਆਪਣੀ ਇਨਪੁਟ ਜਾਂ ਇੰਟੈਲੀਜੈਂਸ ਦਾ ਫੇਲੀਅਰ ਤਾਂ ਹੈਗਾ ਹੀ ਆ, ਔਰ ਕੋਈ ਨਾ ਕੋਈ ਸਾਜ਼ਿਸ਼ ਵੀ ਕਰ ਰਿਹਾ ਵਾ। ਪਰ ਇਹਦੇ ਤੇ ਹੁਣ ਇਹ ਤਾਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਨਾ ਜੀ, ਵੀ ਸਰਕਾਰ ਇਹਨੂੰ ਜਿੰਨੀ ਛੇਤੀ ਇਨਵੈਸਟੀਗੇਟ ਕਰ ਲਏਗੀ। ਕਿ ਜਿਵੇਂ ਤੁਸੀਂ ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ 5-6 ਇੰਸੀਡੈਂਟ ਕੋਟ ਕੀਤੇ ਸੀ, ਰਿਜ਼ਲਟ 0 ਆ। ਹੁਣ ਸਰਕਾਰ ਇੰਸੀਡੈਂਟ ਨੂੰ ਜੇ
ਇਹਨੂੰ ਇਨਵੈਸਟੀਗੇਟ ਕਰਕੇ ਸਹੀ ਆਇਡੈਂਟੀਫਾਈ ਕਰ ਲੇ ਵੀ ਕੌਣ ਬੰਦਾ ਆ, ਕੌਣ ਸਾਜ਼ਿਸ਼ ਕਰਤਾ ਆ, ਕੌਣ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਆ, ਤਾਂ ਅਸੀਂ ਇਸੇ ਸਰਕਾਰ ਦੀ ਸ਼ਾਬਾਸ਼ ਵਾਲਾ ਕੰਮ ਵੀ ਕਰਾਂਗੇ ਕਿ ਹਾਂ ਵੀ ਸਰਕਾਰ ਸਹੀ ਕੰਮ ਕਰ ਰਹੀ ਆ। ਪਰ ਮੈਂ ਜਿਹੜੀ ਗੱਲ ਤੁਹਾਨੂੰ ਕਹਿਣਾ ਚਾਹ ਰਿਹਾ ਸੀਗਾ ਕਿ ਇਸ ਵੇਲੇ ਸਰਕਾਰ ਦਾ ਧਿਆਨ ਸਿਰਫ ਔਰ ਸਿਰਫ ਝੂਠੇ ਮੁਕੱਦਮਿਆਂ 'ਚ ਲੋਕਾਂ ਨੂੰ ਫਸਾਉਣ ਦਾ ਆ। ਪੁਲਿਸ ਦਾ ਰਾਜਨੀਤੀਕਰਨ ਕੀਤਾ ਹੋਇਆ। ਦੇਖੋ ਜਿਹੜੇ 2 ਦਿਨ ਪਹਿਲਾਂ ਆਪਾਂ ਲੁਧਿਆਣਾ ਦੇ ਵਿੱਚ ਦੇਖਿਆ, ਤੁਹਾਡੇ ਹੀ ਮੀਡੀਆ ਦੇ ਇੱਕ ਰਿਪੋਰਟਰ ਦੇ ਨਾਲ ਜੋ ਹੋਇਆ, ਤੇ ਉਹਦੇ ਲਈ ਇੰਨੀ એનર્ਜੀ, ਇੰਨੀ ਸਿਕਿਉਰਿਟੀ ਵੇਸਟ ਕੀਤੀ ਗਈ। ਉਹੀ ਜੇ ਆਪਾਂ ਕਾਬਲ ਪੁਲਿਸ ਅਫਸਰ ਆਪਾਂ ਤਫਤੀਸ਼ ਲਈ ਜਾਂ ਸਟੇਟ ਦੇ ਲਾਅ ਐਂਡ ਆਰਡਰ ਲਈ ਲਾਏ ਹੁੰਦੇ ਤਾਂ ਹੋ ਸਕਦਾ ਅੱਜ ਆਪਾਂ ਨੂੰ ਇਹ ਦਿਨ ਨਾ ਦੇਖਣਾ ਪੈਂਦਾ। ਕਿਉਂਕਿ ਜਦੋਂ ਆਪਾਂ ਪੋਲੀਟੀਕਲ ਵੈਂਡੇਟਾ ਲਈ ਪੁਲਿਸ ਨੂੰ ਯੂਜ਼ ਕਰਦੇ ਆ, ਦੇਖੋ ਪੁਲਿਸ ਆਪਣੇ ਕੋਲ ਲਿਮਟਿਡ ਆ, ਪਰ ਪੰਜਾਬ ਪੁਲਿਸ ਦੀ ਕੰਪੀਟੈਂਸੀ ਤੇ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਆ। ਦਿੱਕਤ ਇਹ ਹੈ ਕਿ ਜਿਹੜਾ ਪੰਜਾਬ ਪੁਲਿਸ ਦਾ ਰਾਜਨੀਤੀਕਰਨ ਇਹਨਾਂ ਨੇ ਕਰ ਦਿੱਤਾ, ਉਹ 'ਚ ਭਗਵੰਤ ਮਾਨ ਸਾਹਿਬ ਦਾ ਕਸੂਰ ਘੱਟ ਵਾ, ਕੇਜਰੀਵਾਲ ਸਾਹਿਬ ਦਾ ਜ਼ਿਆਦਾ ਆ। ਕਿਉਂਕਿ ਜੋ ਵੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਕੇਜਰੀਵਾਲ ਸਾਹਿਬ ਦੇ ਇਸ਼ਾਰੇ ਤੇ ਹੋ ਰਿਹਾ। ਤੇ ਜਦੋਂ ਐਸਾ ਪੁਲਿਸ ਦਾ ਰਾਜਨੀਤੀਕਰਨ ਹੋਏਗਾ, ਪੁਲਿਸ ਦਾ ਮਨੋਬਲ ਵੀ ਟੁੱਟਦਾ ਹੈ ਤੇ ਜਿਹੜਾ ਸਟੇਟ ਦਾ ਲਾਅ ਐਂਡ ਆਰਡਰ ਹੈ ਉਹ ਵੀ ਵਿਗੜਦਾ ਹੈ। ਬਿਲਕੁਲ ਠੀਕ ਹੈ। ਗੱਲ ਚਹਿਲ ਸਾਹਿਬ ਇੱਥੇ ਇਹ ਆ ਕਿ ਲੋਕਾਂ ਦਾ ਜਿੱਥੇ ਮਨੋਬਲ ਟੁੱਟਦਾ ਹੈ ਉੱਥੇ ਲੋਕ ਮਨਾਂ 'ਚ ਖੌਫ ਵੀ ਪੈਦਾ ਹੁੰਦਾ ਹੈ। ਲੋਕਾਂ ਦੀ ਸੇਫਟੀ ਸਿਕਿਉਰਿਟੀ ਦੀ ਗੱਲ ਹੈ। ਲੋਕ ਮਹਿਫੂਜ਼ ਮਹਿਸੂਸ ਕਿਵੇਂ ਕਰਨ ਜਦੋਂ ਬੈਕ ਟੂ ਬੈਕ ਇੱਦਾਂ ਦੀਆਂ ਚੀਜ਼ਾਂ ਹੋਣ, ਜਦੋਂ ਹਾਈ ਟੈਕਨੋਲੋਜੀ ਦੇ ਵੈਪਨਸ ਦੇ ਨਾਲ ਕਤਲ ਹੋਣ, ਫਿਰ ਇਹ ਜਿਹੜੇ ਧਮਾਕੇ ਹੋਣ। ਤੇ ਗੱਲ ਇਹ ਹੈ ਕਿ ਪੈਰਲਲ ਚੋਣਾਂ ਚੱਲ ਰਹੀਆਂ ਨੇ, ਕੀ ਇਸ ਨੂੰ ਇਸ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਜਾਂ ਨਹੀਂ? ਦੇਖੋ ਆਪਣਾ ਨਵਜੋਤ ਜੀ, ਗੱਲ ਇਹ ਇਸ ਦਾ ਜ਼ਾਹਰੀ ਆ, ਜਿਸ ਤਰ੍ਹਾਂ ਰੂਲਿੰਗ ਗਵਰਨਮੈਂਟ ਦੀ ਅੱਜ ਸਥਿਤੀ ਬਣੀ ਪਈ ਹੈ ਜਲੰਧਰ ਦੇ ਇਲੈਕਸ਼ਨ ਦੇ ਵਿੱਚ, ਤੇ ਜਾਂ ਉਸ ਤੋਂ ਬਾਅਦ ਹੋਰ ਇਹਨਾਂ ਦਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ, ਇਹਨਾਂ ਦੇ ਮੰਤਰੀਆਂ ਦੀਆਂ ਵੀਡੀਓਜ਼ ਆ ਰਹੀਆਂ, ਕਿਤੇ ਨਾ ਕਿਤੇ ਧਿਆਨ ਡਾਈਵਰਟ ਕਰਨ ਦੀ ਤਾਂ ਕੋਸ਼ਿਸ਼ ਸਰਕਾਰ ਵੱਲੋਂ ਹੋ ਰਹਿੰਦੀ ਹੈ ਨਾ, ਵੀ ਇਹਨਾਂ ਦੇ ਕੰਮ ਹੋਣ। ਤੇ ਹੋਣ ਵੀ ਕਿੱਥੇ, ਜਿੱਥੇ ਤੁਸੀਂ ਦੇਖੋ ਸਾਡੇ ਸ਼੍ਰੀ ਹਰਮੰਦਰ ਸਾਹਿਬ ਦੀ ਉਹ ਸਟਰੀਟ ਦੇ ਉੱਪਰ, ਹੈਰੀਟੇਜ ਸਟਰੀਟ ਦੇ ਉੱਪਰ, ਇਸ ਨੂੰ ਜੋੜ ਕੇ ਤਾਂ ਇੰਟਰਲਿੰਕ ਕਰਕੇ ਤਾਂ ਦੇਖਿਆ ਜਾ ਸਕਦਾ। ਪਰ ਮੈਂ ਫਿਰ ਉੱਥੇ ਗੱਲ ਕਰਦਾ ਵੀ ਜੇ ਇਦਾਂ ਦੇ ਹਮਲੇ ਹੁੰਦੇ ਆ, ਪੰਜਾਬ ਲਈ ਸਾਨੂੰ ਵੋਟਾਂ ਤੋਂ ਉੱਪਰ ਉੱਠ ਕੇ ਰਾਜਨੀਤੀ ਕਰਨ ਦੀ ਲੋੜ ਆ। ਪੰਜਾਬ ਪਹਿਲਾਂ ਹੀ ਇਹਨਾਂ ਹਾਲਾਤਾਂ ਦੇ ਵਿੱਚੋਂ ਬਹੁਤ ਮੁਸ਼ਕਲ ਨਾਲ ਗੁਜ਼ਰਿਆ। ਕੱਲ ਮੈਂ ਮੂਸੇਵਾਲ ਸਾਹਿਬ ਦੇ ਫਾਦਰ ਦੀ ਇੱਕ ਸਟੇਟਮੈਂਟ ਸੁਣੀ ਜਾਂਦਾ ਸੀ, ਮਨ ਭਰਿਆ ਆ ਗੱਲ ਸੁਣ ਕੇ। ਕਹਿੰਦੇ ਜੀ ਮੂਸੇਵਾਲ ਦੀ ਮਾਤਾ ਜੀ ਨੂੰ ਸੁਪਨਾ ਆਇਆ ਕਿ ਮੂਸੇਵਾਲ ਉਹਨਾਂ ਨੂੰ ਪੁੱਛ ਰਿਹਾ ਕਿ ਮੇਰਾ ਕਤਲ ਕਿਵੇਂ ਹੋਇਆ ਸੀ। ਹੁਣ ਉਹ ਕਹਿੰਦੇ ਅੱਗੋਂ ਮਾਂ ਪਿਓ ਦਾ ਜਵਾਬ ਸੀ ਕਿ ਅਸੀਂ ਪੁੱਤ ਤੈਨੂੰ ਕੀ ਦੱਸੀਏ ਵੀ ਤੇਰਾ ਕਤਲ ਕਿਵੇਂ ਹੋਇਆ, ਤੇਰੇ ਕਤਲ ਵਾਸਤੇ ਤਾਂ ਸਰਕਾਰਾਂ ਨੇ ਬਾਹਰੋਂ ਬੁਲਟ ਪ੍ਰੂਫ ਗੱਡੀ ਨੂੰ ਭੰਨਣ ਵਾਸਤੇ ਹੈਂਡ ਗ੍ਰਨੇਡ ਵੀ ਮੰਗਵਾ ਲਏ ਸੀ, ਵੱਡੇ ਵੱਡੇ ਵੈਪਨ ਰੱਖੇ ਸੀ। ਹੁਣ ਉਹ ਵੈਪਨ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਹੁੰਦੇ ਆ? ਇਹ BSF ਦੀ ਫੇਲੀਅਰ ਆ। ਜੇ ਸਰਹੱਦੋਂ ਪਾਰ ਇਦਾਂ ਦੀਆਂ ਚੀਜ਼ਾਂ ਹੁੰਦੀਆਂ, BSF ਦਾ ਫੇਲੀਅਰ ਆ। ਜੇ ਉਹ ਆ ਕੇ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਦੇ ਵਿੱਚ ਪਹੁੰਚ ਗਏ, ਪੰਜਾਬ ਪੁਲਿਸ ਦਾ ਫੇਲੀਅਰ ਆ। ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੀ ਨਹੀਂ। ਕਿਤੇ ਨਾ ਕਿਤੇ ਜਿਹੜਾ ਭਗਵੰਤ ਮਾਨ ਆ, ਇਹ ਬਿਲਕੁਲ ਗੋਡੇ ਟੇਕੀ ਖੜਾ। ਮੈਂ ਅੱਜ ਵੀ ਤੁਹਾਡੇ ਚੈਨਲ ਦੇ ਉੱਪਰ ਤੁਹਾਡੇ ਮਾਧਿਅਮ ਨਾਲ ਇੱਕ ਗੱਲ ਕਹਿਣਾ ਕਿ ਜਿਹੜੀ ਆਮ ਆਦਮੀ ਦੀ ਸਰਕਾਰ, ਗਵਰਨਮੈਂਟ ਦਾ ਤਾਂ ਉਲਟਾ ਇਹਦੇ ਵਿੱਚ ਨੁਕਸਾਨ ਹੋਊਗਾ। ਚੋਣਾਂ ਦੇ ਮਾਹੌਲ ਦੇ ਵਿੱਚ ਇਹ ਗਵਰਨਮੈਂਟ ਦਾ ਕਈ ਗੱਲਾਂ ਰਲ ਜਾਂਦੀਆਂ ਨਵਜੋਤ ਜੀ, ਕਿਉਂ ਫਾਇਦਾ ਕਿਉਂ ਨਹੀਂ ਹੋਊਗਾ? ਜੇ BJP ਵਾਲਿਆਂ ਦਾ ਲਾਈਏ, ਜੇ ਸੈਂਟਰ ਗਵਰਨਮੈਂਟ ਦਾ ਫੇਲੀਅਰ ਆ, ਜਾਂ ਜਿੱਦਾਂ ਦੀਆਂ ਇਹ ਸਾਜ਼ਿਸ਼ਾਂ ਕਰਦੇ ਆਏ ਆ, ਪੋਲਰਾਈਜੇਸ਼ਨ ਵੀ ਹੋ ਸਕਦੀ ਹੈ ਇੱਥੇ, ਵੀ ਇਦਾਂ ਦੇ ਇੱਕ ਜਗ੍ਹਾ ਦੇ ਉੱਪਰ ਕਰਵਾ ਕੇ ਉਸ ਤੋਂ ਬਾਅਦ ਜਿਹੜਾ ਹਿੰਦੂ ਵੋਟਰ ਉਹਦੇ ਮਨ ਦੇ ਵਿੱਚ ਦਹਿਸ਼ਤ ਪੈ ਜੇ ਤੇ ਕਿਸੇ ਨਾ ਕਿਸੇ ਹਿਸਾਬ ਨਾਲ ਵੋਟ ਪੈ ਜੇ। ਸੋ ਇਹ ਸਮਝਣ ਦੀ ਲੋੜ ਹੈ। ਇੱਥੇ ਬਹਿ ਕੇ ਸਾਨੂੰ ਇਹ ਗੱਲਾਂ ਕਹਿਣ ਦੀ ਲੋੜ ਨਹੀਂ ਕਿ ਜੀ ਫਲਾਣ ਹੋਇਆ ਸੀ, ਕਾਂਗਰਸ ਵੇਲੇ ਹੋਇਆ ਸੀ। ਫਿਲਹਾਲ ਪੰਜਾਬ 'ਚ ਕੀ ਹੋ ਰਿਹਾ, ਕੇਂਦਰ ਦੇ ਵਿੱਚ ਸਰਕਾਰ ਕਿਹਦੀ ਆ, ਪੰਜਾਬ ਦੇ ਵਿੱਚ ਸਰਕਾਰ ਕਿਹਦੀ ਆ? ਮੈਂ ਹਮੇਸ਼ਾ ਇਹ ਗੱਲ ਕਹਿੰਦਾ ਆਇਆ, ਜਿਹੜਾ ਭਗਵੰਤ ਮਾਨ ਆ ਤੇ ਆਮ ਆਦਮੀ ਦੀ ਸਰਕਾਰ ਆ, ਇਹ BJP ਦੀ B ਟੀਮ ਆ। ਦੇਖੋ ਤੁਸੀਂ ਇਹਨਾਂ ਦੀਆਂ ਅੰਡਰਸਟੈਂਡਿੰਗਸ ਪਹਿਲੇ ਦਿਨ ਦੀਆਂ ਚੱਲ ਰਹੀਆਂ। RDF ਦੇ ਮੁੱਦੇ ਤੇ ਆ ਕੇ ਪੰਜਾਬ ਦੇ ਵਿੱਚ ਕਹਿ ਦਿੰਦੇ ਆ ਜੀ ਸਾਡੀ ਸੁਣਵਾਈ ਨਹੀਂ ਹੋ ਰਹੀ, ਤੇ ਦੂਜੇ ਪਾਸੇ ਜਿਹੜੇ ਅਡਾਨੀ ਹੋਰਾਂ ਦੇ ਸਾਈਲੋ ਹੈਗੇ ਆ, ਉਹਨਾਂ ਨੂੰ ਮੰਡੀਆਂ ਨੂੰ ਯਾਰਡ ਦੇ ਵਿੱਚ ਤਬਦੀਲ ਕਰਨ ਦੀਆਂ ਗੱਲਾਂ ਕਰ ਰਹੇ ਆ। ਕਿੱਧਰ ਜਾ ਰਹੇ ਆ? ਕੀ ਡਬਲ ਸਟੈਂਡਰਡ ਪੋਲਿਟਿਕਸ ਕਰ ਰਹੇ ਆ? ਇਹ ਪੰਜਾਬ ਦੇ ਲੋਕ ਇਸ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਦੱਸ ਦੇਣਗੇ। ਤੇ ਜਿੱਥੋਂ ਤੱਕ ਤੁਸੀਂ ਸਾਰੀ ਗੱਲ ਕੀਤੀ ਸਰਕਾਰ ਨੁਕਸਾਨ ਭਾਈ, ਜਦੋਂ ਸਰਕਾਰ ਦੀ ਇੱਕ ਇਮੇਜ ਦੇ ਉੱਪਰ ਸਵਾਲੀਆ ਚਿੰਨ੍ਹ ਉੱਠੂਗਾ ਕਿ ਪਹਿਲਾਂ ਸੰਗਰੂਰ ਦਾ ਇਲੈਕਸ਼ਨ ਹਾਰ ਗਏ, ਹੁਣ ਪੰਜਾਬ ਦੇ ਜਲੰਧਰ ਵਾਲੇ ਬਾਈ ਇਲੈਕਸ਼ਨ ਦੇ ਵਿੱਚ ਬੁਰਾ ਹਾਲ ਆ, ਤਾਂ ਸਰਕਾਰ ਤਾਂ ਕੋਈ ਨਾ ਕੋਈ ਕੀਤੂ ਕਰੂਗੀ। ਵੀਡੀਓ ਸੀ ਮਿਨਿਸਟਰਾਂ ਨੂੰ, ਉਹਨਾਂ ਨੇ ਸੰਦੀਪ ਪਾਠਕ ਵਰਗਿਆਂ ਨੇ ਕਹਿਤਾ
ਕਿ ਤੁਹਾਡੇ ਤੇ ਐਕਸ਼ਨ ਹੋਣਗੇ ਜੇ ਹਾਰ ਜਾਗੇ ਫਿਰ ਬਾਏ ਹੁੱਕ ਔਰ ਕ੍ਰੁਕ ਦੇ ਵਾਂਟ ਟੂ ਵਿਨ ਇਲੈਕਸ਼ਨ ਕਿਸੇ ਤਰ੍ਹਾਂ ਵੀ ਇਲੈਕਸ਼ਨ ਜਿੱਤੀ ਜਾਵੇ। ਠੀਕ ਹੈ ਤੁਸੀਂ ਇਸ ਚਰਚਾ ਦੇ ਵਿੱਚ ਜੁੜੇ, ਆਪੋ ਆਪਣੀਆਂ ਗੱਲਾਂ ਰੱਖੀਆਂ। ਤੁਹਾਡਾ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਕਈ ਸਵਾਲ ਨੇ, ਹਲੇ ਉਹ ਸਵਾਲਾਂ ਦੇ ਜਵਾਬ ਉਸ ਰੂਪ ਨਾਲ ਨਹੀਂ ਆਏ ਜਿਸ ਤਰੀਕੇ ਦੇ ਨਾਲ ਇਹ ਸਾਜ਼ਿਸ਼ਾਂ, ਇਹ ਕੋਝੀਆਂ ਸਿਆਸਤਾਂ ਦੀ ਜਿਵੇਂ ਗੱਲ ਇਸ ਚਰਚਾ ਦੇ ਵਿੱਚ ਹੋਈ ਹੈ। ਪਰ ਗੱਲ ਇੱਕ ਇਹ ਆ ਕਿ ਤਵਾਰੀਖ ਇਸ ਗੱਲ ਦੀ ਗਵਾਹ ਹੈ ਕਿ ਜਿਸ ਕਿਸੇ ਨੇ ਵੀ ਦਰਬਾਰ ਸਾਹਿਬ ਵੱਲ ਮਾੜੀ ਨਿਗਾਹ ਨਾਲ ਤੱਕਿਆ ਹੈ ਜਾਂ ਮਾੜੀ ਨਿਗਾਹ ਦੇ ਨਾਲ, ਮਾੜੀ ਸੌੜੀ ਸਿਆਸਤ ਦੇ ਜ਼ਰੀਏ ਕੋਝੀ ਹਰਕਤਾਂ ਦੇ ਨਾਲ ਕੋਈ ਕੋਸ਼ਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਹਾਲ ਕੀ ਹੋਇਆ ਇਹ ਲੋਕ ਬਾਖੂਬੀ ਜਾਣਦੇ ਆ। ਪਰ ਗੱਲ ਇਹ ਹੈ ਕਿ ਸਿਆਸਤ ਕਰੋ ਉਹਨਾਂ ਕੁ ਚਿਰ ਉਹਨਾਂ ਲੋਕਾਂ ਤੇ ਕਰੋ ਕਿ ਉਹ ਲੋਕ ਜਿਉਂਦੇ ਰਹਿਣ। ਜੇ ਲੋਕ ਜਿਉਂਦੇ ਨਾ ਰਹੇ ਤੇ ਸਿਆਸਤ ਫਿਰ ਕਿਸ ਉੱਤੇ ਕਰੋਗੇ। ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।